श्री नानक पद पंकज बंदन, सिमरो अंगद दोख निकंदन। अमरदास गुर हृदय ध्यावो, श्री गुरु रामदास गुण गावो। श्री अर्जन विघ्नन के नासक, हर गोबिंद शुभ सुमत पर कासक। श्री हर राय नमो कर जोरी, श्री हर कृष्ण मनाए बहोरी। तेग बहादुर परम कृपाला, श्री गुरु गोबिंद सिंह बिसाला। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦਾ ਬਾਰ ਬਾਰ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, जुगल चरण मम बंदना। धर पार धर कर माथ, जुगल चरण मम बंदना। धर पार धर कर माथ। परम सन्मानयोग सतगुरां दी साजी निवाजी गुरु प्यारी गुरु रूप खालसा साध संगत जीओ। ਵੱਡਿਆਂ ਭਾਗਾਂ ਵਾਲੇ ਹਾਂ ਜੋ ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਖਵਾਲੇ, ਲੋਕ ਪਰਲੋਕ ਕੇ ਸਹਾਇਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰੇਮ ਸਹਿਤ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸਤਿਗੁਰਾਂ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਉਪਰੰਤ ਗੁਰੂ ਬਾਬੇ ਦੀ ਗੋਦ ਵਿੱਚ ਬੈਠ ਕਰਕੇ ਗੁਰੂ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਸੁਣਨ ਦੇ ਵਾਸਤੇ ਗੁਰੂ ਕੇ ਚਰਨਾਂ ਦਾ ਓਟ ਆਸਰਾ ਤੱਕ ਰਹੇ ਹਾਂ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਜਿਤਨਾ ਕੁ ਸਮਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਤ ਸੰਗਤ ਦਾ ਇਹ ਬਖਸ਼ਿਸ਼ ਕੀਤਾ ਹੈ, ਇਹਨੂੰ ਸਫਲਾ ਕਰਦੇ ਹਾਂ। ਰਸਨਾ ਕਰੀਏ ਪਵਿੱਤਰ ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਪਾਵਨ ਅਸਥਾਨ ਤੇ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿੱਚੋਂ ਪਾਵਨ ਪ੍ਰਸੰਗ ਸ਼ਰਵਣ ਕਰ ਰਹੇ ਸੀ ਕਿ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਨੁੱਖਤਾ ਦਾ ਭਲਾ ਕਰਦਿਆਂ ਕਰਦਿਆਂ ਇੱਕ ਨਗਰ ਵਿੱਚ ਪਹੁੰਚੇ ਹਨ, ਜਿੱਥੇ ਇੱਕ ਤਰਖਾਣ ਜਿਹੜਾ ਹੈ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲਾ, ਭਗਤੀ ਭਾਵ ਵਾਲਾ ਇਸ ਨਗਰ ਵਿੱਚ ਨਿਵਾਸ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਇਹਨਾਂ ਪਿਆਰਿਆਂ ਦਾ ਭਲਾ ਕਰਨ ਵਾਸਤੇ ਇਸ ਤਰਖਾਣ ਦੇ ਘਰ ਪਹੁੰਚੇ ਨੇ। ਇਹਨੇ ਬੜੇ ਪ੍ਰੇਮ ਸਹਿਤ ਗੁਰੂ ਸਾਹਿਬ ਜੀ ਨੂੰ ਆਪਣੀ ਝੌਂਪੜੀ ਵਿੱਚ ਠਹਿਰਾਉਣਾ ਕੀਤਾ ਹੈ।
ਭੋਜਨ ਪਾਣੀ ਛਕਾਇਆ, ਰਾਤ ਨੂੰ ਸੌਣ ਵਾਸਤੇ ਮੰਜਾ ਪਾਵ ਕੇ ਪਲੰਗ ਵੀ ਸਤਿਗੁਰਾਂ ਨੂੰ ਦੇਣਾ ਕੀਤਾ ਹੈ। ਸਤਿਗੁਰਾਂ ਨੇ ਰਾਤ ਬਤੀਤ ਕੀਤੀ, ਸਵੇਰ ਹੁੰਦਿਆਂ ਹੀ ਸਭ ਤੋਂ ਪਹਿਲਾਂ ਇਹਦੀ ਝੌਂਪੜੀ ਤੋੜ ਦਿੱਤੀ। ਜਿਸ ਘਰ ਵਿੱਚ, ਜਿਸ ਝੌਂਪੜੇ ਵਿੱਚ ਰੁਕੇ ਸਨ, ਸਤਿਗੁਰਾਂ ਨੇ ਉਹ ਤੋੜ ਦਿੱਤੀ। ਫਿਰ ਜਿਸ ਪਲੰਗ ਤੇ ਗੁਰੂ ਸਾਹਿਬ ਜੀ ਨੇ ਵਿਸਰਾਮ ਕੀਤਾ ਸੀ, ਉਹ ਪਲੰਗ ਵੀ ਤੋੜ ਦਿੱਤਾ। ਜਿੰਨੇ ਕੋਈ ਦੇ ਘਰ ਵਿੱਚ ਮਿੱਟੀ ਦੇ ਬਰਤਨ ਸਨ, ਉਹ ਵੀ ਸਤਿਗੁਰਾਂ ਨੇ ਸਾਰੇ ਭੰਨ ਦਿੱਤੇ। ਇਸ ਤਰ੍ਹਾਂ ਲੱਗਿਆ ਜਿਵੇਂ ਇਹਦੀ ਦੁਨੀਆ ਹੀ, ਕਿਉਂਕਿ ਗਰੀਬ ਬੰਦੇ ਦੀ ਦੁਨੀਆ ਇੰਨੀ ਕੀ ਹੁੰਦੀ ਹੈ, ਇਸ ਤਰ੍ਹਾਂ ਜਾਪਿਆ ਜਿਵੇਂ ਇਹਦੀ ਦੁਨੀਆ ਹੀ ਉਜੜ ਗਈ ਹੋਵੇ। ਪਰ ਇਹ ਧੀਰਜ ਵਾਲਾ ਸੀ, ਪਤਾ ਨਹੀਂ ਕਿੰਨਾ ਕੁ ਅੰਦਰੋਂ ਟਿਕਿਆ ਸੀ। ਇਹਨੇ ਕੋਈ ਵੀ ਗਿਲਾ ਸਿਕਵਾ ਗੁਰੂ ਸਾਹਿਬ ਦੇ ਨਾਲ ਨਹੀਂ ਕੀਤਾ। ਚੁੱਪਚਾਪ ਗੁਰੂ ਸਾਹਿਬ ਜੀ ਨੂੰ ਵਿਦਾ ਕਰਨ ਵਾਸਤੇ ਨਾਲ ਤੁਰ ਪਿਆ ਹੈ। ਸਤਿਗੁਰਾਂ ਨੂੰ ਵਿਦਾ ਕੀਤਾ ਹੈ। ਹੁਣ ਜਿਸ ਵੇਲੇ ਗੁਰੂ ਸਾਹਿਬ ਜੀ ਚੱਲ ਪਏ, ਆਓ ਉਸ ਤੋਂ ਅਗਲਾ ਪ੍ਰਸੰਗ ਆਪਾਂ ਪ੍ਰੇਮ ਸਹਿਤ ਵਿਚਾਰਨਾ ਕਰੀਏ। ਨਿਕ ਸਬਹਿਰ ਬੋਲਿਓ ਮਰਦਾਨਾ, ਮੁਝੇ ਬਤਾਵੋ ਕਿਰਪਾ ਨਿਧਾਨਾ। ਹੁਣ ਨਗਰ ਤੋਂ ਬਾਹਰ ਨਿਕਲ ਕੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਜਿਹੜੇ ਸਵਾਲ ਚੱਲ ਰਹੇ ਸਨ, ਕਈ ਤਰ੍ਹਾਂ ਦੇ ਸਵਾਲ ਸਨ। ਸੋਚਦੇ ਆ ਰਹੇ ਸਨ ਭਾਈ ਮਰਦਾਨਾ ਜੀ, ਇਹ ਗੁਰੂ ਸਾਹਿਬ ਨੇ ਕੀ ਕੀਤਾ, ਇੰਨੀ ਪ੍ਰੇਮ ਨਾਲ ਇਹਨੇ ਸੇਵਾ ਕੀਤੀ ਸੀ, ਇਹਨੇ ਪ੍ਰੇਮ ਨਾਲ ਇਹਨੇ ਘਰ ਠਹਿਰਾਇਆ ਸੀ, ਤੇ ਸਤਿਗੁਰਾਂ ਨੇ ਤਾਂ ਸਾਰਾ ਕੁਝ ਹੀ ਉਲਟਾ ਕਰ ਦਿੱਤਾ। ਹੁਣ ਜਿਸ ਵੇਲੇ ਨਗਰ ਤੋਂ ਬਾਹਰ ਨਿਕਲੇ ਤਾਂ ਕਹਿਣ ਲੱਗੇ ਭਾਈ ਮਰਦਾਨਾ ਜੀ, ਹੇ ਕਿਰਪਾ ਨਿਧਾਨ ਸਤਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ, ਰੈਣ ਰਹਿਣ ਕੇ ਤਿਸ ਗ੍ਰਾਮੋ, ਨੈ ਕਿਨਹੋ ਦੀਨੋ ਬਿਸਰਾਮੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਕਿਰਪਾ ਨਿਧਾਨ ਜੀਓ, ਇਸ ਨਗਰ ਵਿੱਚ ਆਪਾਂ ਨੂੰ ਕਿਸੇ ਨੇ ਵੀ ਰਾਤ ਰਹਿਣ ਵਾਸਤੇ ਜਗ੍ਹਾ ਨਹੀਂ ਸੀ ਦਿੱਤੀ, ਰਾਤ ਰਹਿਣ ਵਾਸਤੇ ਥਾਂ ਨਹੀਂ ਸੀ ਦਿੱਤੀ। ਆਪਾਂ ਕਿੰਨਿਆਂ ਦੇ ਕੋਲ ਗਏ, ਕਿੰਨਿਆਂ ਨੂੰ ਪੁੱਛਣਾ ਕੀਤਾ, ਪਰ ਕਿਸੇ ਨੇ ਵੀ ਰੱਖਣ ਵਾਸਤੇ, ਸਾਨੂੰ ਵਿਸਰਾਮ ਕਰਨ ਵਾਸਤੇ ਕੋਈ ਜਗ੍ਹਾ ਦੇਣ ਦੀ ਹਾਮੀ ਨਹੀਂ ਸੀ ਭਰੀ। ਦੋਹਰਾ ਇਹ ਜੋ ਦੀਨ ਤਿਖਾਣ ਹੈ, ਦੀਨੋ ਹਮਕੋ ਥਾਏ। ਜਦੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਸੀ, ਹੇ ਸਤਿਗੁਰੂ ਜੀਓ, ਇਸ ਗਰੀਬ ਤਰਖਾਣ ਨੇ ਸਾਨੂੰ ਰਾਤ ਰਹਿਣ ਵਾਸਤੇ ਆਪਣੇ ਘਰ ਵਿੱਚ, ਭਾਵੇਂ ਘਰ ਛੋਟਾ ਹੀ ਸੀ, ਪਰ ਘਰ ਵਿੱਚ ਇਹਨੇ ਥਾਂ ਦਿੱਤੀ, ਸਾਨੂੰ ਟਿਕਾਣਾ ਦਿੱਤਾ। ਰਹਿਣ ਵਿਖੇ ਸੇਵਾ ਕਰੇ, ਪ੍ਰੀਤ ਹਿਰਦੈ ਅਧਿਕਾਏ। ਕੱਲੀ ਸਾਨੂੰ ਰਹਿਣ ਵਾਸਤੇ ਥਾਂ ਹੀ ਨਹੀਂ ਦਿੱਤੀ, ਇਹਨੇ ਰਾਤ ਨੂੰ ਭੋਜਨ ਦੀ ਵੀ ਸੇਵਾ ਕੀਤੀ, ਸੌਣ ਵਾਸਤੇ ਵੀ ਇਹਨੇ ਪਲੰਗ ਵੀ ਦਿੱਤਾ, ਜਿਹੜਾ ਇਹਦੇ ਘਰ ਮੰਜਾ ਸੀ ਉਹ ਵੀ ਇਹਨੇ ਦਿੱਤਾ। ਇਸ ਤਰ੍ਹਾਂ ਇਸ ਤਰਖਾਣ ਨੇ ਬੜੇ ਪ੍ਰੇਮ ਨਾਲ ਸਾਡੀ ਸੇਵਾ ਕੀਤੀ ਸੀ, ਸਾਡਾ ਬੜਾ ਸਨਮਾਨ ਇਹਨੇ ਕੀਤਾ ਸੀ। ਚੌਪਈ ਬਹਰੋ ਆਇਓ ਕਰਨ ਵਿਦਾਈ, ਸਭ ਵਿਦ ਕੀਨੀ ਇਨ ਭਲਿਆਈ। हे ਕਿਰਪਾ ਨਿਧਾਨ ਸਤਿਗੁਰੂ ਜੀਓ, ਵੇਖੋ ਰਾਤ ਨੂੰ ਵੀ ਇਹਨੇ ਸੇਵਾ ਕੀਤੀ ਤੇ ਸਵੇਰੇ ਸਾਨੂੰ ਵਿਦਾ ਕਰਨ ਵਾਸਤੇ ਵੀ ਆਇਆ, ਵਧਾਈਗੀ ਦੇਣ ਵਾਸਤੇ ਵੀ ਨਾਲ ਚੱਲ ਕੇ ਆਇਆ ਹੈ। ਇਹਨੇ ਜਿੰਨਾ ਕੁਝ ਕੀਤਾ ਹੈ, ਇਹਨੇ ਸਾਡੇ ਨਾਲ ਸਾਰਾ ਭਲਾ ਹੀ ਕੀਤਾ ਹੈ, ਤੇ ਮੈਨੂੰ ਨਹੀਂ ਜਾਪਦਾ ਇਹਨੇ ਸਾਡਾ ਕੁਝ ਬੁਰਾ ਕੀਤਾ। ਇਹਨੇ ਜੋ ਕੀਤਾ ਭਲਾ ਹੀ ਕੀਤਾ। ਤੁਮਨੇ ਛਪਰੇ ਇਸ ਕੀ ਤੋਰੀ, ਘਰ ਕੀ ਔਰ ਸਮਗਰੀ ਫੋਰੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰਕੇ ਮੇਰੇ ਮਨ ਵਿੱਚ ਜਿਹੜਾ ਸਵਾਲ ਹੈ, ਜਿਹੜਾ ਸ਼ੰਕਾ ਹੈ, ਉਹ ਦੂਰ ਕਰੋ। ਇਹਨੇ ਇੰਨੇ ਪ੍ਰੇਮ ਨਾਲ ਸੇਵਾ ਕੀਤੀ, ਇੰਨਾ ਸਾਨੂੰ ਸਨਮਾਨ ਦਿੱਤਾ ਇਸ ਗਰੀਬ ਤਰਖਾਣ ਨੇ, ਪਰ ਤੁਸੀਂ ਕੀ ਕੀਤਾ? ਤੁਸੀਂ ਇਹਦੀ ਛਪੜੀ ਵੀ ਤੋੜ ਦਿੱਤੀ ਤੇ ਘਰ ਦੇ ਸਾਰੇ ਭਾਂਡੇ ਵੀ ਭੰਨ ਦਿੱਤੇ। ਤੁਸੀਂ ਆਹ ਕੌਤਕ ਵਰਤਾ ਦਿੱਤਾ, ਇਹਦਾ ਘਰ ਵੀ ਤੋੜ ਦਿੱਤਾ ਜਿਹੜਾ ਇਹਦਾ ਰਹਿਣ ਬਸੇਰਾ ਸੀ, ਤੇ ਇਹਦੇ ਭਾਂਡੇ ਵੀ ਸਾਰੇ ਤੁਸੀਂ ਭੰਨ ਦਿੱਤੇ ਹਨ। ਕਿਉਂ ਤੁਮਰੇ ਮਨ ਮੈਂ ਰਸਿਆਈ, ਇਸਕੇ ਸਿਰ ਪਰ ਅਸ ਗੁਜਰਾਈ। ਭਾਈ ਮਰਦਾਨਾ ਜੀ ਕਹਿੰਦੇ, ਹੇ ਮੇਰੇ ਮਾਲਕ ਗਰੀਬ ਨਿਵਾਸ ਸਤਿਗੁਰੂ ਜੀਓ, ਆਪ ਜੀ ਬੜੇ ਦਇਆਲੂ ਹੋ,
ਆਪ ਜੀ ਜੀਵਾਂ ਤੇ ਬੜੀ ਦਇਆ ਕਰਦੇ ਹੋ, ਪਰ ਇਸ ਗਰੀਬ ਤਰਖਾਣ ਨੇ ਕੀ ਬੁਰਾ ਕੀਤਾ ਸੀ ਜਿਹਦੇ ਕਰਕੇ ਤੁਹਾਡੇ ਮਨ ਵਿੱਚ ਇਹਦੇ ਪ੍ਰਤੀ ਗੁੱਸਾ ਆਇਆ? ਆਪ ਜੀ ਨੇ ਇਸ ਗਰੀਬ ਤਰਖਾਣ ਦੇ ਨਾਲ ਇੰਨਾ ਬੁਰਾ ਸਲੂਕ ਕਿਉਂ ਕੀਤਾ? ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ? ਗੁਰੂ ਕਹੈ ਇਨ ਸੇਵ ਜੋ ਕੀਨੰ, ਭਈ ਪ੍ਰਵਾਨ ਲਿਹੋ ਮਨ ਚੀਨੰ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੁਸਕਰਾ ਕੇ ਬਚਨ ਕੀਤੇ, ਭਾਈ ਮਰਦਾਨਿਆ ਇਹ ਸੱਚ ਹੈ, ਇਸ ਗਰੀਬ ਤਰਖਾਣ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ। ਇਹ ਸਾਡੀ ਵੀ ਨਹੀਂ ਸੇਵਾ ਕੀਤੀ। ਜਿੰਨੇ ਸਾਧੂ ਆਉਂਦੇ ਸਨ, ਜਿੰਨੇ ਰੱਬ ਦੇ ਪਿਆਰੇ ਆਉਂਦੇ ਨੇ, ਜਿੰਨੀ ਦੇ ਕੋਲ ਸਮਰੱਥਾ ਹੈ, ਇਹ ਉਹਦੇ ਪ੍ਰੇਮ ਨਾਲ ਸੇਵਾ ਕਰਦਾ ਸੀ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇਹੀ ਤਾਂ ਮੈਂ ਪੁੱਛ ਰਿਹਾ ਕਿ ਇੰਨੇ ਪ੍ਰੇਮ ਨਾਲ ਸੇਵਾ ਕਰਦਾ ਹੈ, ਇਹਨੇ ਘਰ ਵਿੱਚ ਵਿਸ਼ਰਾਮ ਕਰਨ ਵਾਸਤੇ ਜਗ੍ਹਾ ਵੀ ਦਿੱਤੀ, ਪਰ ਆਪ ਜੀ ਨੇ ਇਹਦਾ ਘਰ ਕਿਉਂ ਤੋੜਿਆ? ਛੱਪੜੀ ਕਿਉਂ ਤੋੜ ਦਿੱਤੀ? ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨੇ ਇਸ ਤਰ੍ਹਾਂ ਸਮਝ ਲੈ, ਇਹਦੀ ਸੇਵਾ ਪ੍ਰਵਾਨ ਹੋ ਗਈ ਸੀ। ਜਿੰਨੇ ਪ੍ਰੇਮ ਨਾਲ ਇਹ ਸੇਵਾ ਕਰਦਾ, ਇਹਦੀ ਸੇਵਾ ਪ੍ਰਵਾਨ ਹੋ ਗਈ ਸੀ, ਇਹਦੀ ਸੇਵਾ ਸਫਲੀ ਹੋ ਗਈ ਸਮਝ ਲੈ। ਆਸ ਕੈ ਮੋਰਿਓ ਸਦਨ ਤਿਖਾਨਾ, ਕੀਏ ਆਗੇ ਕੋ ਆਪ ਪਿਆਨਾ। ਹੁਣ ਸਤਿਗੁਰਾਂ ਨੇ ਜਦੋਂ ਇਹ ਬਚਨ ਕਹਿ ਦਿੱਤੇ, ਭਾਈ ਇਹਦੀ ਸੇਵਾ ਪ੍ਰਵਾਨ ਹੋਈ ਹੈ, ਇਹਦੀ ਸੇਵਾ ਸਫਲੀ ਹੋਈ ਹੈ। ਹੁਣ ਸਫਲੀ ਸੇਵਾ ਹੋਣ ਦਾ ਭਾਵ ਸਾਡੀ ਨਜ਼ਰ ਵਿੱਚ ਤਾਂ ਇਹ ਹੈ, ਜੇ ਸੇਵਾ ਸਫਲੀ ਹੋਵੇ ਤੇ ਗੁਰੂ ਸਾਹਿਬ ਰਹਿਮਤਾਂ ਦਿੰਦੇ ਨੇ, ਪਰ ਇੱਥੇ ਤਾਂ ਗੁਰੂ ਸਾਹਿਬ ਨੇ ਇਹਦਾ ਘਰ ਵੀ ਤੋੜ ਦਿੱਤਾ। ਸਫਲੀ ਸੇਵਾ ਹੋਣ ਦਾ ਫਿਰ ਭਾਵ ਕੀ ਹੋਇਆ? ਗੁਰੂ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ, ਭਾਈ ਮਰਦਾਨਾ ਜੀ ਬੜੇ ਹੈਰਾਨ ਨੇ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੇਵਾ ਇਹਦੀ ਪ੍ਰਵਾਨ ਹੋ ਗਈ ਹੈ, ਸੇਵਾ ਇਹਦੀ ਸਫਲੀ ਹੋ ਗਈ ਹੈ, ਤੇ ਸਤਿਗੁਰਾਂ ਨੇ ਇਹਦਾ ਘਰ ਕਿਉਂ ਤੋੜ ਦਿੱਤਾ? ਪਰ ਗੁਰੂ ਕੀ ਵਡਿਆਈ ਨੂੰ, ਗੁਰੂ ਕੀ ਕਿਰਪਾ ਨੂੰ ਗੁਰੂ ਸਾਹਿਬ ਹੀ ਜਾਣਦੇ ਨੇ। ਗੁਰੂ ਸਾਹਿਬ ਕੀ ਖੇਡ ਵਰਤਾਉਂਦੇ ਨੇ, ਗੁਰੂ ਕੀ ਲੀਲਾ ਜਿਹੜੀ ਹੈ, ਇਹ ਸਾਡੀ ਕਈ ਵਾਰ ਸਮਝ ਵਿੱਚ ਨਹੀਂ ਆਉਂਦੀ। ਸਾਨੂੰ ਜਾਪਦਾ ਹੁੰਦਾ ਹੈ ਕਿ ਸਾਡਾ ਨੁਕਸਾਨ ਹੋਇਆ ਹੈ, ਪਰ ਇਹਦੇ ਵਿੱਚ ਪਤਾ ਨਹੀਂ ਗੁਰੂ ਸਾਹਿਬ ਨੇ ਕੀ ਸਾਡਾ ਅੱਗੇ ਭਲਾ ਕਰਨਾ ਹੁੰਦਾ ਹੈ। ਹੁਣ ਐਸੀ ਕਿਰਪਾ ਹੋ ਗਈ, ਗੁਰੂ ਕੇ ਬਚਨਾਂ ਨਾਲ ਬਰਕਤ ਮਿਲੀ। ਦੇਖੇ ਸਦਨ ਜਾਏ ਤਿਨ ਜਬ ਹੀ, ਮੰਦਰ ਸੁੰਦਰ ਬਣੇ ਸੋ ਤਬ ਹੀ। ਗੁਰੂ ਕੀ ਕਿਰਪਾ ਨਾਲ ਐਸੀ ਬਰਕਤ ਪੈ ਗਈ ਇਸ ਤਰਖਾਣ ਨੇ। ਜੇ ਗੁਰੂ ਸਾਹਿਬ ਨੇ ਝੌਂਪੜੀ ਤੋੜੀ ਤਾਂ ਅੱਗੇ ਕਿਰਪਾ ਕੀ ਵਰਤੀ ਕਿ ਹੌਲੀ ਹੌਲੀ ਇਹਦੇ ਘਰ ਬੜੇ ਸੁੰਦਰ ਮਹਿਲ ਬਣ ਗਏ। ਬੜੀ ਕਿਰਪਾ ਵਰਤ ਗਈ, ਕਿਉਂਕਿ ਇਹਨੇ ਹੋਰ ਮਿਹਨਤ ਕੀਤੀ। ਮਿਹਨਤ ਨੂੰ ਗੁਰੂ ਸਾਹਿਬ ਦੇ ਬਚਨਾਂ ਨਾਲ ਬਰਕਤ ਪੈ ਗਈ, ਗੁਰੂ ਕੀਆਂ ਰਹਿਮਤਾਂ ਹੋ ਗਈਆਂ, ਗੁਰੂ ਕੀਆਂ ਬਖਸ਼ਿਸ਼ਾਂ ਹੋ ਗਈਆਂ। ਕਿਉਂਕਿ ਜਿਸ ਕਮਾਈ ਵਿੱਚ ਗੁਰੂ ਸਾਹਿਬ ਦੀ ਰਹਿਮਤ ਵਰਤ ਜਾਏ, ਉੱਥੇ ਫਿਰ ਥੋੜੇ ਵਿੱਚ ਵੀ ਬਰਕਤ ਪਈ ਜਾਂਦੀ। ਜੇ ਗੁਰੂ ਕੀ ਰਹਿਮਤ ਨਾ ਹੋਵੇ ਤਾਂ, ਜੇ ਬਹੁਤ ਜ਼ਿਆਦਾ ਵੀ ਬੰਦੇ ਕੋਲ ਹੋਵੇ ਪਰ ਬਰਕਤ ਨਾ ਹੋਵੇ, ਤਾਂ ਬਹੁਤ ਕੁਝ ਹੁੰਦਿਆਂ ਵੀ ਬੰਦੇ ਨੂੰ ਲੱਗਦਾ ਮੇਰੇ ਕੋਲ ਹੈ ਹੀ ਕੁਝ ਨਹੀਂ। ਗੁਰੂ ਨੇ ਐਸੀ ਕਿਰਪਾ ਵਰਤਾਈ, ਐਸੀ ਬਰਕਤ ਇਹਦੀ ਝੋਲੀ 'ਚ ਪਾ ਦਿੱਤੀ। ਇਹਦੇ ਬੜੇ ਸੁੰਦਰ ਮੰਦਰ ਬਣ ਗਏ, ਬੜੇ ਸੁੰਦਰ ਘਰ ਬਣ ਗਏ। ਕਿਉਂਕਿ ਇਹ ਗੱਲ ਆਪਾਂ ਵੀ ਜਾਣਦੇ ਹਾਂ, ਜਦੋਂ ਬੰਦੇ ਦੇ ਕੋਲ ਜਿਹੜਾ ਥੋੜਾ ਹੋਵੇ ਉਹ ਵੀ ਗਵਾਚ ਜਾਏ, ਤੇ ਜੇ ਬੰਦਾ ਮਿਹਨਤੀ ਹੋਵੇ ਤੇ ਉਸ ਗਵਾਚੇ ਹੋਏ ਨੂੰ ਵੀ ਫਿਰ ਮਿਹਨਤ ਕਰਕੇ ਹੋਰ ਜ਼ਿਆਦਾ ਵੱਡਿਆਂ ਬਣਾ ਲੈਂਦਾ ਹੈ। ਥੋੜਾ ਗਵਾਚਿਆ ਤੇ ਬੰਦੇ ਨੂੰ ਲੱਗਦਾ ਜੇ ਗਵਾਚਿਆ ਤਾਂ ਕੋਈ ਗੱਲ ਨਹੀਂ, ਮੈਂ ਮਿਹਨਤ ਕਰਾਂਗਾ ਤੇ ਹੋਰ ਵੱਡਾ ਬਣਾ ਲਵਾਂਗਾ, ਹੋਰ ਕੁਝ ਇਕੱਠਾ ਕਰ ਲਵਾਂਗਾ। ਜਦੋਂ ਗੁਰਸਿੱਖ ਨੂੰ ਇਹ ਭਰੋਸਾ ਹੁੰਦਾ ਹੈ, ਆਪਾਂ ਤਾਂ ਜਿਹੜੀ ਗੁਰੂ ਸਾਹਿਬ ਨੇ ਸਿੱਖ ਕੌਮ ਹੈ, ਜਿਹੜੀ ਸਤਿਗੁਰਾਂ ਨੇ ਬਣਾਈ ਹੋਈ ਐਸੀ ਹੈ, ਸਿੱਖ ਕੌਮ ਨੂੰ ਵਾਰ-ਵਾਰ ਉਜਾੜਿਆ ਗਿਆ, ਬਿਲਕੁਲ ਜ਼ੀਰੋ ਕਰ ਦਿੱਤਾ ਗਿਆ, ਬਿਲਕੁਲ ਖਤਮ ਕਰਨ ਦੇ ਕਿਨਾਰੇ ਲਿਆਂਦਾ ਗਿਆ। ਪਰ ਗੁਰੂ ਤੇ ਭਰੋਸਾ ਸੀ, ਗੁਰੂ ਤੇ ਵਿਸ਼ਵਾਸ ਸੀ, ਸਿੱਖ ਫਿਰ ਆਪਣੇ ਆਪ ਖੜੇ ਹੋ ਜਾਂਦੇ ਹਨ। ਇੰਨੇ ਤਸੱਦਦ, ਇੰਨੇ ਜ਼ਿਆਦਾ ਦੁੱਖ ਸ਼ਾਇਦ ਕਿਸੇ ਨੇ ਨਹੀਂ ਸਹੇ ਜਿੰਨੇ ਸਾਡੇ ਪੁਰਖਿਆਂ ਨੇ ਸਹੇ ਹਨ। ਪਰ ਜਦੋਂ ਕੋਈ ਦੁੱਖ ਆਉਂਦਾ ਸੀ, ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਜੇ ਅੱਜ ਦੁੱਖ ਹੈ ਗੁਰੂ ਸਾਹਿਬ ਕੱਲ੍ਹ ਨੂੰ ਸੁੱਖ ਵੀ ਦੇਣਗੇ। ਤੇ ਅਬਦਾਲੀ ਵਰਗਿਆਂ ਨੇ, ਕਿੰਨੇ ਸਾਰੇ ਵਿਦੇਸ਼ੀ ਹਮਲਾਵਰਾਂ ਨੇ ਸਿੱਖਾਂ ਦੇ ਘਰ ਉਜਾੜੇ, ਘਰ-ਬਾਰ ਉਜਾੜ ਦਿੱਤੇ, ਪਰ ਸਿੱਖਾਂ ਨੇ ਘਰ ਬਣਾ ਲਏ। ਘਰ ਹੀ ਨਹੀਂ ਬਣਾਏ, ਆਪਣੇ ਰਾਜ ਬਣਾ ਲਏ।
ਜਦੋਂ ਗੁਰੂ ਕੀ ਬਖਸ਼ਿਸ਼, ਗੁਰੂ ਕੀ ਕਿਰਪਾ ਵਰਤਦੀ ਹੈ ਤਾਂ ਵਾਧਾ ਹੁੰਦਾ ਹੈ। ਸਤਿਗੁਰਾਂ ਨੇ ਇਹਦੀ ਝੌਂਪੜੀ ਤੋੜੀ, ਇਹਦੇ ਭਾਂਡੇ ਭੰਨ ਦਿੱਤੇ ਤੇ ਨਾਲ ਹੀ ਬਚਨ ਕਹਿ ਦਿੱਤਾ ਇਹਦੀ ਸੇਵਾ ਸਫਲੀ ਹੋਈ। ਭਾਵ ਕਿ ਗੁਰੂ ਨੇ ਉਸ ਗੁਰਬਤ ਵਿੱਚੋਂ ਕੱਢ ਕੇ ਰੱਖ ਦਿੱਤਾ। ਉਸ ਝੌਂਪੜੀ ਨੂੰ ਤੋੜ ਕੇ ਸਤਿਗੁਰਾਂ ਨੇ ਐਸੀ ਰਹਿਮਤ ਕਰ ਦਿੱਤੀ, ਇਹਦੇ ਹੌਲੀ ਹੌਲੀ ਮਿਹਨਤ ਦੇ ਸਹਾਰੇ, ਗੁਰੂ ਕੀ ਕਿਰਪਾ ਦੇ ਸਹਾਰੇ ਸੁੰਦਰ ਮੰਦਰ ਬਣ ਗਏ। ਜਿਨ ਮੈਂ ਬਾਸਣ ਧਨ ਕੇ ਪੂਰੇ, ਧਰੇ ਵਸਤਰਨ ਨਾਨਾ ਵਿਦ ਰੂਰੇ। ਐਸੀਆਂ ਰਹਿਮਤਾਂ ਹੋਈਆਂ, ਐਸੀਆਂ ਬਖਸ਼ਿਸ਼ਾਂ ਹੋਈਆਂ, ਜਿੱਥੇ ਮਾਇਆ ਕਿਤੇ ਲੱਭਿਆ ਨਹੀਂ ਸੀ ਮਿਲਦੀ, ਧਨ ਦੇ ਬਰਤਨ ਭਰੇ ਪਏ ਹਨ ਹੁਣ ਇਹਦੇ ਘਰ ਵਿੱਚ। ਜਿੱਥੇ ਵਸਤਰ ਨਹੀਂ ਸੀ ਜੁੜਦੇ, ਹੁਣ ਕਈ ਪ੍ਰਕਾਰ ਦੇ ਵਸਤਰ ਘਰ ਵਿੱਚ ਮੌਜੂਦ ਨੇ। ਦੇਖ ਪਦਾਰਥ ਮਨ ਵਿਸਮਾਇਓ, ਏਕ ਓੰਕਾਰ ਹੁਤੋ ਪਹਿਚਾਇਓ। ਇਹ ਤਰਖਾਣ ਹੁਣ ਵੇਖ ਕੇ ਬੜਾ ਹੈਰਾਨ ਹੁੰਦਾ ਸਾਰੇ ਕਾਸੇ ਨੂੰ ਕਿ ਆਹ ਵੇਖੋ ਕੀ ਕਲਾ ਵਰਤ ਗਈ। ਕਿਉਂਕਿ ਗੁਰੂ ਪਿਆਰਿਓ, ਇਹਨੇ ਗਿਲਾ ਨਹੀਂ ਸੀ ਕੋਈ ਕੀਤਾ। ਜਦੋਂ ਗੁਰੂ ਸਾਹਿਬ ਨੇ ਇਹਦਾ ਸਾਰਾ ਕੁਝ ਤੋੜਿਆ, ਇਹਨੇ ਝਗੜਾ ਨਹੀਂ ਕੀਤਾ ਕੋਈ। ਆਪਾਂ ਕਈ ਵਾਰੀ ਜਦੋਂ ਛੋਟਾ ਜਿਹਾ ਕੋਈ ਨੁਕਸਾਨ ਹੋਵੇ, ਜ਼ਿੰਦਗੀ 'ਚ ਕੋਈ ਛੋਟਾ ਜਿਹਾ ਦੁੱਖ ਆਵੇ, ਅਸੀਂ ਝਗੜਾ ਕਰਨ ਲੱਗ ਪੈਂਦੇ ਹਾਂ ਵਾਹਿਗੁਰੂ ਨਾਲ। ਅਸੀਂ ਉਲਾਮੇ ਦੇਣ ਲੱਗ ਪੈਂਦੇ ਹਾਂ ਕਿ ਮੇਰੇ ਜੀਵਨ ਵਿੱਚ ਹੋਇਆ ਤਾਂ ਕਿਉਂ ਹੋਇਆ। ਜੇ ਕੋਈ ਤਕਲੀਫ, ਜੇ ਕੋਈ ਦੁੱਖ, ਜੇ ਕੋਈ ਮੁਸੀਬਤ ਜ਼ਿੰਦਗੀ 'ਚ ਆਉਂਦੀ ਹੈ, ਉਹਨੂੰ ਇਸ ਸਾਖੀ ਨਾਲ ਜੋੜ ਕੇ ਸਮਝ ਲਿਆ ਕਰੀਏ ਕਿ ਗੁਰੂ ਸਾਹਿਬ ਨੇ ਸਮਝ ਲਓ ਸਾਡੀ ਝੌਂਪੜੀ ਤੋੜੀ ਹੈ, ਅੱਗੇ ਪਤਾ ਨਹੀਂ ਗੁਰੂ ਸਾਹਿਬ ਨੇ ਕਿੱਡੀਆਂ ਕੁ ਰਹਿਮਤਾਂ ਕਰਨੀਆਂ ਨੇ। ਇਹ ਖੇਡ ਹੈ ਮਹਾਰਾਜ ਦੀ, ਵਾਹਿਗੁਰੂ ਦੀ ਕਿਰਪਾ ਹੈ। ਹੁਣ ਪਰ ਮਨ ਸੱਚਾ ਹੋਵੇ, ਸੇਵਾ ਦੀ ਭਾਵਨਾ ਹੋਵੇ, ਸਿਮਰਨ ਦੀ ਭਾਵਨਾ ਹੋਵੇ। ਹੁਣ ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਜਦੋਂ ਇਹ ਸਾਰਾ ਕੁਝ ਵੇਖਦਾ ਹੈ, ਆਪਣੇ ਪਦਾਰਥ ਵੇਖਦਾ ਹੈ ਤਰਖਾਣ, ਤਾਂ ਬੜਾ ਖੁਸ਼ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਰੱਬ ਰੂਪ ਕਰਕੇ ਜਾਣਦਾ ਹੈ। ਸੋਰਠਾ ਚਾਰ ਪਦਾਰਥ ਪਾਏ ਭਇਓ, ਨਿਹਾਲ ਤੇ ਖਾਣ ਸੋ। ਐਸੀ ਕਿਰਪਾ ਹੋ ਗਈ, ਇੰਨਾ ਨਿਹਾਲ ਹੋ ਗਿਆ, ਚਾਰੇ ਪਦਾਰਥ ਘਰ ਵਿੱਚ ਆ ਗਏ। ਕਿਸੇ ਪਦਾਰਥ ਦੀ ਘਾਟ ਨਹੀਂ ਰਹੀ, ਕਿਉਂਕਿ ਜਿੱਥੇ ਦਾਤਾ ਆਪ ਆ ਕੇ ਰਹਿਮਤਾਂ ਵਰਤਾ ਜਾਏ ਗੁਰੂ ਸਾਹਿਬ ਦੇ ਪਿਆਰਿਓ, ਉੱਥੇ ਘਾਟ ਰਹਿੰਦੀ ਵੀ ਕੋਈ ਨਹੀਂ। ਇਹ ਭਰੋਸਾ ਰੱਖਣ ਦੀ ਗੱਲ ਹੈ। ਜੇ ਗੁਰੂ ਨਾਨਕ ਦੇ ਦਰ ਤੇ ਸਿੱਖ ਨੂੰ ਭਰੋਸਾ ਹੋਵੇ ਤਾਂ ਸਤਿਗੁਰੂ ਸਿੱਖ ਨੂੰ ਘਾਟ ਛੱਡਦੇ ਵੀ ਕੋਈ ਨਹੀਂ। ਆਪ ਹੀ ਰਹਿਮਤਾਂ ਕਰਕੇ ਸਾਰੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਨੇ। ਹੁਣ ਇਹ ਚਾਰ ਪਦਾਰਥ, ਬੇਅੰਤ ਤਰ੍ਹਾਂ ਦੇ ਧਨ ਦੌਲਤ, ਮਾਇਆ, ਸਾਰਾ ਕੁਝ ਇਸ ਤਰਖਾਣ ਦੇ ਘਰ ਵਿੱਚ ਆ ਗਿਆ। ਬੜਾ ਨਿਹਾਲ ਹੋਇਆ। ਰਹਿਓ ਹਿਰਦੈ ਪਛਤਾਏ, ਸਕਿਓ ਨ ਭੇਦ ਪਛਾਣ ਮੈਂ। ਬਸ ਇੱਕ ਗੱਲ ਦਾ ਪਛਤਾਵਾ ਹੈ ਇਸ ਤਰਖਾਣ ਦੇ ਮਨ ਵਿੱਚ, ਮੈਂ ਗੁਰੂ ਨਾਨਕ ਸਾਹਿਬ ਨੂੰ, ਰੱਬ ਰੂਪ ਜੋਤ ਨੂੰ ਪਹਿਚਾਣ ਨਹੀਂ ਸਕਿਆ। ਮੈਨੂੰ ਸੇਵਾ ਦਾ ਮੌਕਾ ਮਿਲਿਆ, ਇੱਕ ਦਿਨ ਰੱਖ ਕੇ ਹੀ ਮੈਂ ਤੋਰ ਦਿੱਤਾ। ਜੇ ਕਿਤੇ ਪਹਿਚਾਣ ਲੈਂਦਾ ਤੇ ਮੈਂ ਹੋਰ ਸੇਵਾ ਕਰਦਾ ਪ੍ਰੇਮ ਦੇ ਨਾਲ। ਚੌਪਈ ਆਗੇ ਕੀਨ ਗੁਰੂ ਪੁਨ ਗਵਨੰ, ਜਿਹ ਕੋ ਸਿਮਰੇ 14 ਭਵਨੰ। ਗੁਰੂ ਸਾਹਿਬ ਜੀ ਇਸ ਤਰਖਾਣ ਕੋਲੋਂ ਵਿਦਾ ਲੈ ਕੇ ਅਗਲੇ ਸਫ਼ਰ ਤੇ ਚਲੇ ਗਏ ਹਨ। ਐਸੇ ਪਿਆਰੇ ਸਤਿਗੁਰੂ ਜੀ ਦਾ ਦੁਨੀਆ ਵਿੱਚ ਸਾਰੇ ਲੋਕ ਨਾਮ ਜਪਦੇ ਨੇ, ਤੇ ਜੋ ਜਪਦਾ ਹੈ ਉਹਦਾ ਭਲਾ ਹੁੰਦਾ ਹੈ। ਦੇਸ ਪੁਟੰਤ ਹੋ ਤੋ ਜਿਹ ਥਾਈ, ਤਹਾਂ ਜਾਏ ਪਹੁੰਚੇ ਜਗ ਸਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਪੁਟੰਤ, ਭਾਵ ਕਿ ਜਿਹੜਾ ਭੂਟਾਨ ਹੈ, ਦੇਸ਼ ਭੂਟਾਨ ਆਪਾਂ ਕੰਟਰੀ ਸੁਣਦੇ ਹਾਂ, ਭੂਟਾਨ ਦੇਸ਼। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਭੂਟਾਨ ਦੇਸ਼ ਵਿੱਚ ਜਾ ਪਹੁੰਚੇ ਨੇ। ਨਗਰ ਨਿਰਪਤ ਕੇ ਜਏ ਸਮੀਪਾ, ਬਿਪਟ ਦੇਖ ਬੇਦੀ ਕੁਲ ਦੀਪਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਮਿਟ ਜਾਂਦੇ ਨੇ। ਸਤਿਗੁਰੂ ਜੀ ਭੂਟਾਨ ਦੇਸ਼ ਦੇ ਰਾਜੇ ਦੇ ਨਗਰ ਵਿੱਚ ਜਾ ਪਹੁੰਚੇ ਨੇ, ਭਾਵ ਕਿ ਜਿਹੜੀ ਉਹਦੀ ਰਾਜਧਾਨੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ। ਬੈਠੇ ਤਹਿ ਛਾਇਆ ਰਮਣੀਕਾ, ਜਿਨ ਕੇ ਦਰਸ ਕੱਟੇ ਦੁਖ ਜੀ ਕਾ।
ਇੱਕ ਬੜਾ ਸੁੰਦਰ ਬ੍ਰਿਸ਼ ਵੇਖ ਕੇ, ਦਰਖਤ ਵੇਖ ਕੇ ਸਤਿਗੁਰੂ ਜੀ ਉਹਦੀ ਰਮਣੀਕ ਛਾਂ ਦੇ ਹੇਠ ਬੈਠ ਗਏ। ਤਿਹ ਕੋ ਨ੍ਰਿਪਤ ਹੋਤੋ ਬਡ ਕਾਮੀ, ਸਦਾ ਰਹਿਤ ਪਰ ਇਸਤਰਣ ਗਾਮੀ। ਇੱਥੋਂ ਦਾ ਜਿਹੜਾ ਭੂਟਾਨ ਦਿਸਦਾ ਉਸ ਵੇਲੇ ਦਾ ਰਾਜਾ ਸੀ, ਉਹ ਰਾਜਾ ਬਹੁਤ ਵਿਭਚਾਰੀ ਸੀ। ਪਰਾਏ ਤਨਾਂ ਦੇ ਰਸ ਵਿੱਚ ਲਿਪਟਿਆ ਹੋਇਆ ਸੀ, ਬੇਅੰਤਰਾਂ ਦੇ ਵਿਕਾਰ ਕਮਾਉਂਦਾ ਸੀ। ਤਿਹ ਪੁਰ ਵਿਆਹ ਕਰਵਾਵੇ ਜੋ, ਘਰ ਮੈਂ ਆਨੈ ਤਰਨੀ ਸੋ। ਹੁਣ ਬਿਲਾਸੀ ਜੀਵਨ ਵਾਲਾ ਸੀ, ਬਹੁਤ ਭੈੜੇ ਕਰਮ ਕਰਨੇ। ਜੇ ਇਹਦੇ ਰਾਜ ਵਿੱਚ ਕਿਸੇ ਦਾ ਵਿਆਹ ਹੋਣਾ, ਇਹਨੇ ਧੱਕੇ ਦੇ ਨਾਲ ਜ਼ਬਰਦਸਤੀ ਉਹਦੀ ਪਤਨੀ ਨੂੰ ਆਪਣੇ ਮਹਿਲਾਂ ਵਿੱਚ ਚੁੱਕ ਕੇ ਲੈ ਆਉਣਾ। ਤੇ ਰਾਜਾ ਹੋਣ ਕਰਕੇ ਕਿਸੇ ਦਾ ਵਸ ਨਹੀਂ ਸੀ ਇਹਦੇ ਤੇ ਚੱਲਦਾ। ਇਸ ਤਰ੍ਹਾਂ ਦਾ ਬਹੁਤ ਵਿਵਚਾਰੀ ਜਿਹੜਾ ਰਾਜਾ ਇਹ ਭੂਟਾਨ ਦੇਸ਼ ਦਾ ਸੀ। ਪੂਰਬ ਭੂਪਤ ਪਾਸ ਪਠਾਵੈ, ਮਿਲ ਕੇ ਤੇ ਸੋ ਕੇਲ ਕਮਾਵੈ। ਹਰ ਵੇਲੇ ਇਹੋ ਜਿਹੇ ਭੈੜੇ ਕਰਮਾਂ ਵਿੱਚ ਗਰਸਿਆ ਹੋਇਆ ਸੀ। ਹੁਣ ਰਾਜੇ ਦਾ ਫਰਜ਼ ਤਾਂ ਹੁੰਦਾ ਹੈ ਕਿ ਪ੍ਰਜਾ ਦੀ ਦੇਖਭਾਲ ਕਰੇ, ਪ੍ਰਜਾ ਦੇ ਦੁੱਖ ਸੁੱਖ ਨੂੰ ਸੁਣੇ। ਪਰ ਜਿੱਥੇ ਰਾਜੇ ਬਿਲਾਸੀ ਹੋਵਣ ਤੇ ਵਿਵਚਾਰੀ ਹੋਵਣ, ਉੱਥੋਂ ਦੀ ਪ੍ਰਜਾ ਬੜੀ ਤੰਗ ਹੁੰਦੀ ਹੈ, ਕਿਉਂਕਿ ਰਾਜੇ ਕੋਲੇ ਸਾਰੀ ਤਾਕਤ ਹੈ ਤੇ ਰਾਜੇ ਦੇ ਅੱਗੇ ਵਸ ਵੀ ਕਿਸੇ ਦਾ ਨਹੀਂ ਚੱਲਦਾ। ਤਿਹ ਕੋ ਸਮਤ ਦੇਨ ਕੇ ਹੇਤਾ, ਬੈਠ ਗਏ ਬੇਦੀ ਕੁਲ ਕੀਤਾ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਿਭਚਾਰੀ ਰਾਜੇ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ, ਇਹਨੂੰ ਮੱਤ ਦੇਣ ਵਾਸਤੇ ਇਸ ਦੀ ਨਗਰੀ ਦੇ ਵਿੱਚ ਜਾ ਵਿਰਾਜੇ ਨੇ। ਬਹਿਰ ਨਗਰ ਤੇ ਨਰ ਜੇ ਆਏ, ਮਿਲੇ ਚਰਨ ਪਰ ਸੀਸ ਝੁਕਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਗਰ ਤੋਂ ਬਾਹਰ ਬੈਠੇ ਹਨ। ਕੁਝ ਲੋਕ, ਕੁਝ ਮਨੁੱਖ ਜਿਸ ਵੇਲੇ ਨਗਰ ਤੋਂ ਬਾਹਰ ਆਏ ਤੇ ਉਹਨਾਂ ਨੇ ਵੇਖਿਆ ਕਿ ਕੋਈ ਸਾਧੂ ਜਨ ਬੈਠੇ ਹਨ, ਰੱਬ ਦੇ ਪਿਆਰੇ ਬੈਠੇ ਨੇ। ਤੇ ਉਹਨਾਂ ਨੇ ਆ ਕੇ ਸਾਧੂ ਜਾਣਦਿਆਂ, ਮਹਾਂਪੁਰਖ ਜਾਣਦਿਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੀਸ ਨਿਵਾਉਣਾ ਕੀਤਾ ਹੈ। ਸਤਿਗੁਰ ਦੀਏ ਉੱਤਮ ਉਪਦੇਸਾ, ਜਪੋ ਨਾਮ ਨਿਤ ਸ੍ਰੀ ਜਗਤੇਸਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਮਨੁੱਖ ਜਿਨ੍ਹਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਸਤਿਗੁਰਾਂ ਨੇ ਉਹਨਾਂ ਨੂੰ ਸ਼ੁਭ ਉਪਦੇਸ਼ ਦਿੱਤਾ। ਪਿਆਰਿਓ, ਜੇ ਭਲਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਤਾਂ ਸਦਾ ਹੀ ਪਰਮੇਸ਼ਰ ਜੀ ਦਾ ਨਾਮ ਜਪਣਾ ਕਰੋ। ਸੁਣ ਕਰ ਮ੍ਰਿਦਲ ਬਚਨ ਨਰ ਸਭ ਹੀ, ਬਸਤਰ ਆਹਾਰ ਲਿਆਵੇ ਤਬ ਹੀ। ਗੁਰੂ ਕੇ ਚਰਨਾਂ ਵਿੱਚ ਇੱਥੇ ਵੀ ਸੰਗਤ ਹੋਣ ਲੱਗ ਪਈ। ਭੂਟਾਨ ਦੇਸ਼ ਦੀ ਰਾਜਧਾਨੀ ਦੇ ਵਿੱਚ ਜਿਹੜੇ ਲੋਕ ਗੁਰੂ ਸਾਹਿਬ ਦੀ ਬਾਣੀ ਸੁਣਨ ਵਾਸਤੇ, ਕੀਰਤਨ ਸੁਣਨ ਵਾਸਤੇ, ਸਤਿਗੁਰਾਂ ਦਾ ਉਪਦੇਸ਼ ਸੁਣਨ ਵਾਸਤੇ ਆ ਰਹੇ ਨੇ, ਕੋਈ ਵਸਤਰ ਲੈ ਕੇ ਆ ਰਿਹਾ ਹੈ ਤੇ ਕੋਈ ਭੋਜਨ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟਾ ਕਰ ਰਿਹਾ ਹੈ। ਸਤਿਗੁਰ ਕਹਿਤੇ ਲੇਹ ਨਰਾਈ, ਸਰਵ ਵਸਤ ਮੋਰੇ ਬਰਿਆਈ। ਸਤਿਗੁਰੂ ਜੀ ਜਿਹੜਾ ਵੀ ਕੋਈ ਵੀ ਦਾਤ, ਕੋਈ ਵੀ ਭੇਟਾ ਲੈ ਕੇ ਆਉਂਦਾ ਹੈ, ਕੋਈ ਵਸਤਰ ਲੈ ਕੇ ਆ ਰਿਹਾ ਸੀ, ਕੋਈ ਅਨਾਜ, ਕੋਈ ਭੋਜਨ ਲੈ ਕੇ ਆ ਰਿਹਾ ਸੀ। ਸਤਿਗੁਰਾਂ ਨੇ ਸਾਰਿਆਂ ਨੂੰ ਕਿਹਾ, ਪਿਆਰਿਓ ਸਾਨੂੰ ਇੱਕ ਵੀ ਵਸਤੂ ਦੀ ਲੋੜ ਨਹੀਂ। ਅਸੀਂ ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਆਏ, ਅਸੀਂ ਵਸਤੂਆਂ ਲੈਣ ਵਾਸਤੇ ਨਹੀਂ ਆਏ। ਇਹਨਾਂ ਨੂੰ ਜੋ ਲੈ ਕੇ ਆਏ ਹੋ ਪਿਆਰਿਓ, ਇਹ ਸਾਰੀਆਂ ਤੁਸੀਂ ਵਾਪਸ ਲੈ ਜਾਓ। ਸਾਨੂੰ ਕਿਸੇ ਵੀ ਚੀਜ਼ ਦੀ, ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈ। ਕੇਤ ਕਦੇਵ ਸਭ ਤੀਤੇ ਤੈਸੇ, ਕੀਰਤ ਪਸਰੀ ਪੁਰ ਮੈਂ ਐਸੇ। ਭੂਟਾਨ ਦੇਸ਼ ਦੀ ਨਗਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਈ ਦਿਨ ਬਤੀਤ ਕੀਤੇ। ਰੱਬੀ ਬਾਣੀ ਦਾ ਕੀਰਤਨ ਹੁੰਦਾ ਰਿਹਾ, ਗੁਰੂ ਸਾਹਿਬ ਜੀ ਦੀਆਂ ਕਥਾ ਵਿਚਾਰਾਂ, ਗੁਰੂ ਕੇ ਬਚਨ ਸੰਗਤਾਂ ਸੁਣਦੀਆਂ ਰਹੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਸਲਾਹ, ਗੁਰੂ ਕੀ ਕੀਰਤੀ ਸਾਰੇ ਨਗਰ ਵਿੱਚ ਫੈਲ ਗਈ। ਮਹਾਂਪੁਰਖ ਪੂਰਨ ਹੈ ਸੰਤਾ, ਅਪਰ ਨ ਜਾਣੈ ਬਿਨ ਭਗਵੰਤਾ। ਲੋਕੀ ਆਪਸ ਵਿੱਚ ਬੈਠ ਕੇ ਵਿਚਾਰਦੇ ਹਨ, ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਨੇ। ਕਹਿੰਦੇ ਸਾਧੂ ਤਾਂ ਬਹੁਤ ਵੇਖੇ ਹਨ, ਸਾਧੂ ਆਉਂਦੇ ਜਾਂਦੇ ਰਹਿੰਦੇ ਨੇ,
पर इस साधु वर्गा कोई साधु अज तक नहीं आया। ये सचमुच ही पूर्ण साधु है, पूर्ण महापुरख है। एक रब तो बगैर होर किसे नूं जाणदा ही नहीं है। काम ना क्रोध ना लोभ न राए, बेपरवाहो गिरा सुखदाई। लोकी आपस विच गल्लां करदे ने कि ऐसा साधु है जिहदे जीवन विच काम क्रोध लोभ मोह हंकार किते दिखदा ही नहीं, बिल्कुल भी इन्हां दे जीवन विच विकार है ही कोई नहीं। ते बड़े बेपरवाह हन, किसी गल की परवाह नहीं करते। किन्ने सारे पदार्थ लोकी लैके गए, एक भी पदार्थ इन्हां ने कोल इकट्ठा करके नहीं रखिया, सब कुछ मोड़ दिता। इन्ने को बड़े प्रेम वाले हैं ते त्यागी बड़े हैं। इन्हां दे बचन बड़ा सुख दिंदे ने। ऊपत निकट जाए जस वरना, बहर सांतिक शुभ आचरना। हौली हौली ये सिफत गुरु की कीर्ति जिस वे सारे नगर विच फैली, हरेक दी रसना ते गुरु नानक साहब दीयां सिफतां सुन रहे ने। उस वेले किसी ने जाके इस देश के राजे दे कोल गुरु नानक साहब जी का जस किया, गुरु नानक साहब की वडियाई गाउणी कीती। दर्शन करो आप चलता ही, सुनत बचन कलमल मिट जाही। दसन वाले ने राजे नूं दस्सिया, हे राजन, तेरी नगरी दे बाहर एक बहुत प्यारे साधु जन आए ने जिन्हां दा आचरण बड़ा उच्चा है। इन्ने प्यार वाले ने, उन्हां दे बचन सुन के बंदे दे पाप मिट जाते हैं। हे राजन, सारे लोकी दर्शन करके निहाल हो रहे ने ते तुसीं भी चल के दर्शन कर लो। नर न प्रबोध्यो नरपते आयो, वस्त्र आहार उपायन ले आयो। हुण जिस वेले लोकां ने गुरु नानक की वडियाई की, सतगुरु दीयां सिफतां कीतियां, राजे ने मन विच गल आई, चलो जाके दर्शन कर लेने चाहिए ने। जे इन्ने प्यारा कोई महापुरख, इन्ना प्यारा कोई साधु आया है। ते राजे ने कुछ वस्त्र भोजन ते होर काफ़ी सारे उपहार भेटावां जड़ियां ने वो नाल लईआं ने ते गुरु नानक साहब महाराज जी दे दर्शन करन वास्ते अपने महलों तो बाहर आ गया है। आन चरण पर बंदन करके, करे बिनय बच दीन उचर के। राजे ने आके गुरु नानक देव महाराज सच्चे पातशाह जी के चरणों विच वंदना की, नमस्कार की, बहुत निमर हो के बहुत प्रेम दे नाल फिर बेनती की। करहो उपाय ने अंगीकारा, रुच सो खावो रुचर आहारा। बेनती की, हे महापुरखो, मैं आप जी के वास्ते तुच्छ जियां भेटावां लैके आया, किरपा करो ये उपहार जिहड़े हन, ये तोहफे जिहड़े हन, किरपा करके प्रवान करो। ते आप जी के वास्ते बड़ा सुंदर भोजन लैके आया, रहमत करो, ये किरपा करके भोजन छकना करो। सुंदर पहरो चीर शरीरा, संत रूप तुन गुणी गहीरा। राजा बेनती करदा है, महापुरख जी, आप जी के वास्ते मैं आ बड़े सुंदर वस्त्र लैके आया। आप जी बड़े प्यारे हो, बड़े साधु जन हो, आप रहमत करो, मेरी भेटा प्रवान करो, आ सुंदर वस्त्र पहनने करो। दोहरा गुर कै हमरे काज ने, देखो गरीबन जाए। जगत के मालिक कलयुग के अवतार धन गुरु नानक साहब सच्चे पातशाह महाराज जी ने राजे नूं वचन किया, कहन लगे, हे राजन, भाई जिन्नियां तू वस्तुआं लैके आया, वस्तुआं साडे किसे काम दियां नहीं हैं, सानू इन्हां वस्तुआं की जरूरत नहीं है। ये वस्तुआं लै जाओ ते गरीबां विच वंडणियां करो। तृप्त सर्व वस्तुन को हमको चाहे न काए। साहब जी कहन लगे, असीं परमात्मा जी दे नाम दे आसरे रहिंदे हां ते सानू किसी भी पदार्थ की लोड़ नहीं है।
ਸਾਡੇ ਅੰਦਰ ਕੋਈ ਇੱਛਾ ਨਹੀਂ ਹੈ ਇਹਨਾਂ ਪਦਾਰਥਾਂ ਦੀ, ਇਸ ਕਰਕੇ ਰਾਜਨ ਇਹ ਵਸਤੂਆਂ ਸਾਡੇ ਕਿਸੇ ਕੰਮ ਦੀਆਂ ਨਹੀਂ ਹਨ, ਇਹਨਾਂ ਵਸਤੂਆਂ ਨੂੰ ਲੈ ਜਾਣਾ ਕਰੋ। ਚੌਪਈ ਸਰਦਾ ਔਰ ਧਰ ਜੋਰੇ ਹੱਥ, ਬੋਲਿਓ ਬਚਨ ਬਹੁਰ ਜਗਨਾਥਾ। ਦਿਲ ਵਿੱਚ ਬਹੁਤ ਪ੍ਰੇਮ ਤੇ ਸਰਦਾ ਰਾਜੇ ਦੇ ਮਨ ਵਿੱਚ ਆ ਗਈ ਤੇ ਰਾਜੇ ਨੇ ਹੱਥ ਜੋੜ ਲਏ ਤੇ ਬੜੇ ਮਨ ਕਰਕੇ ਨਿਮਰ ਹੋ ਕੇ ਬੇਨਤੀ ਕੀਤੀ, ਸੰਤ ਤੁਮੈ ਪਰਵਾਹੇ ਨ ਕੋਈ, ਮੇਰੋ ਇਸ ਵਿਦ ਭਲਾ ਨਾ ਹੋਏ। ਰਾਜਾ ਕਹਿਣ ਲੱਗਿਆ, ਜੀ ਮੈਂ ਇਹ ਬਚਨ ਆਪ ਜੀ ਦੇ ਸੋਭਾ ਵਿੱਚ ਸੁਣੇ ਹਨ ਕਿ ਤੁਸੀਂ ਬੜੇ ਬੇਪਰਵਾਹ ਹੋ, ਤੁਹਾਨੂੰ ਕਿਸੇ ਵਸਤੂ ਦੀ ਕੋਈ ਪਰਵਾਹ ਨਹੀਂ, ਇਹ ਬਚਨ ਮੈਂ ਸੁਣ ਕੇ ਆਇਆ। ਪਰ हे ਮਹਾਂਪੁਰਖ ਜੀ, ਆਪ ਜੀ ਤਾਂ ਬੇਪਰਵਾਹ ਹੋ, ਜੇਕਰ ਆਪ ਜੀ ਮੇਰੀ ਕੋਈ ਸੇਵਾ ਪ੍ਰਵਾਨ ਨਹੀਂ ਕਰੋਗੇ, ਕੋਈ ਭੇਟਾ ਨਹੀਂ ਲਾਓਗੇ, ਤਾਂ ਮੇਰਾ ਭਲਾ ਕਿਵੇਂ ਹੋਵੇਗਾ, ਮੇਰੀ ਸੇਵਾ ਕਿਵੇਂ ਪ੍ਰਵਾਨ ਹੋਵੇਗੀ। ਸੰਤ ਸਦੀਵ ਸਰਬ ਉਪਕਾਰੀ, ਕਰੋ ਭਲਾ ਲਿਓ ਭੇਟ ਹਮਾਰੀ। ਰਾਜਾ ਕਹਿਣ ਲੱਗਾ, ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਤੁਹਾਡੇ ਵਰਗੇ, ਉਹ ਬੜੇ ਉਪਕਾਰੀ ਹੁੰਦੇ ਨੇ, ਬੜਾ ਭਲਾ ਕਰਨ ਵਾਲੇ ਹੁੰਦੇ ਨੇ, ਤੇ ਮੇਰੇ ਤੇ ਵੀ ਕਿਰਪਾ ਕਰੋ, ਮੇਰਾ ਵੀ ਭਲਾ ਕਰ ਦਿਓ। ਮੇਰੀ ਵੀ ਇਹ ਭੇਟਾ ਜਿਹੜੀ ਹੈ ਮੈਂ ਆਪ ਜੀ ਦੇ ਵਾਸਤੇ ਪ੍ਰੇਮ ਨਾਲ ਲੈ ਕੇ ਆਇਆ, ਰਹਿਮਤ ਕਰਕੇ ਮੇਰੀ ਭੇਟਾ ਪ੍ਰਵਾਨ ਕਰ ਲਵੋ। ਹਰਾਵਰ ਸਰਨ ਪਰਿਓ ਮੈਂ ਆਏ, ਸੁਣੇ ਸਰੋਣ ਮੈਂ ਅਦਕ ਵਡਿਆਏ। ਰਾਜਾ ਕਹਿੰਦਾ, हे ਮਹਾਂਪੁਰਖੋ, ਮੈਂ ਆਪ ਜੀ ਦੀ ਬੜੀ ਸੋਭਾ ਸੁਣੀ ਹੈ, ਆਪ ਜੀ ਬੜੇ ਗਰੀਬ ਨਿਵਾਜ ਹੋ, ਆਪਣੇ ਸੇਵਕਾਂ ਤੇ ਕਿਰਪਾ ਕਰਨ ਵਾਲੇ ਹੋ। ਮੈਂ ਵੀ ਆਪ ਜੀ ਦੇ ਦਰ ਦੀ ਮਹਿਮਾ ਸੁਣ ਕੇ, ਆਪ ਜੀ ਦੀ ਵਡਿਆਈ ਸੁਣ ਕੇ ਆਪ ਜੀ ਦੇ ਚਰਨੀ ਆਇਆ, ਮੇਰੇ ਤੇ ਵੀ ਤਰਸ ਕਰ ਦਿਓ। ਕਿਰਪਾ ਧਾਰ ਗੁਰ ਕਹਿਓ ਬਹੋਰੇ, ਕਰਨ ਭਲਾ ਨਿਜ ਚਾਹੇ ਜੇ ਤੋਰੇ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, हे ਰਾਜਨ, ਭਾਈ ਕੀ ਤੂੰ ਸੱਚਮੁੱਚ ਹੀ ਆਪਣਾ ਭਲਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਚਾਹੁੰਦਾ ਹੈ ਕਿ ਤੇਰਾ ਭਲਾ ਹੋਵੇ, ਤੇਰੀ ਜ਼ਿੰਦਗੀ ਸਫਲੀ ਹੋਵੇ? ਰਾਜੇ ਨੇ ਕਿਹਾ, ਮਹਾਰਾਜ, हे ਮਹਾਂਪੁਰਖੋ, ਸੱਚਮੁੱਚ ਮੈਂ ਬੇਨਤੀ ਕਰ ਰਿਹਾ, ਕਿਰਪਾ ਕਰੋ, ਮੇਰਾ ਵੀ ਭਲਾ ਕਰ ਦਿਓ, ਮੈਨੂੰ ਵੀ ਰਹਿਮਤ ਕਰਕੇ ਮੇਰੀ ਭੇਟਾ ਪ੍ਰਵਾਨ ਕਰਕੇ ਆਪਣੇ ਚਰਨੀ ਜੋੜ ਲਓ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਫਿਰ ਸਾਡੇ ਬਚਨ ਸੁਣ। ਤਾਜਵੇ ਵਿਚਾਰ ਜੋ ਪਾਪ ਕਮਾਵਤ, ਨਿਤ ਪਰਤ੍ਰਿਆ ਸੋ ਕੇਲ ਰਚਾਵਤ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਉਂਕਿ ਨਾ ਕਿਸੇ ਰਾਜੇ ਦੀ ਪਰਵਾਹ ਹੈ, ਨਾ ਕਿਸੇ ਮਹਾਰਾਜੇ ਦੀ ਪਰਵਾਹ ਹੈ, ਗੁਰੂ ਸਾਹਿਬ ਜੀ ਬੇਪਰਵਾਹ ਹਨ, ਕਿਸੇ ਦੀ ਪਰਵਾਹ ਨਹੀਂ ਕਰਦੇ, ਭਾਵੇਂ ਕੋਈ ਵੀ ਹੋਵੇ। ਕਿਉਂਕਿ ਨਹੀਂ, ਆਮ ਤੌਰ ਤੇ ਮਨੁੱਖ, ਸੰਸਾਰਿਕ ਮਨੁੱਖ ਸਾਡਾ ਸਾਰਿਆਂ ਦੇ ਸੁਭਾਅ ਹੀ ਹੈ, ਜਿੱਥੇ ਕੋਈ ਬਹੁਤ ਜ਼ਿਆਦਾ ਤਾਕਤ ਵਾਲਾ, ਚਾਹੇ ਸਰੀਰ ਕਰਕੇ ਹੋਵੇ, ਪਦਵੀ ਕਰਕੇ ਹੋਵੇ, ਰਾਜ ਸੱਤਾ ਕਰਕੇ ਹੋਵੇ, ਜਦੋਂ ਬੰਦਾ ਕੋਈ ਤਕੜੇ ਥਾਂ ਤੇ ਬੈਠਾ ਹੁੰਦਾ ਹੈ, ਉੱਚੇ ਥਾਂ ਤੇ ਬੈਠਾ ਹੁੰਦਾ ਹੈ, ਬੰਦਾ ਉਹਦੀ ਗਲਤੀ ਉਹਦੇ ਅੱਗੇ ਬਿਆਨ ਨਹੀਂ ਕਰ ਪਾਉਂਦਾ। ਇਹ ਸਾਡਾ ਸੁਭਾਅ ਹੈ, ਸਾਡੀ ਕਮਜ਼ੋਰੀ ਕਹਿ ਲਓ ਸਾਰੇ ਮਨੁੱਖਾਂ ਦੀ। ਅਸੀਂ ਜਿਹੜਾ ਮਨੁੱਖ ਗਰੀਬ ਹੋਵੇ ਜਾਂ ਜਿਹੜਾ ਸਾਡੇ ਤੋਂ ਕਮਜ਼ੋਰ ਹੋਵੇ, ਉਹਦੀਆਂ ਗਲਤੀਆਂ ਤਾਂ ਅਸੀਂ ਉਹਦੇ ਮੂੰਹ ਤੇ ਗਿਣਾ ਸਕਦੇ ਹਾਂ, ਪਰ ਜਦੋਂ ਕੋਈ ਤਕੜਾ ਸਾਡੇ ਸਾਹਮਣੇ ਹੋਵੇ, ਸਾਡੇ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਅਸੀਂ ਉਹਦੀ ਘਾਟ, ਉਹਦੀ ਕਮਜ਼ੋਰੀ, ਉਹਦੀ ਗਲਤੀ ਉਹਦੇ ਸਾਹਮਣੇ ਬਿਆਨ ਕਰ ਸਕੀਏ। ਇਹ ਸਾਡਾ ਕੁਦਰਤੀ ਸੁਭਾਅ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਨਿਮਾਣਿਆਂ, ਪ੍ਰੇਮ ਵਾਲਿਆਂ, ਸਰਧਾ ਵਾਲਿਆਂ ਤੇ ਗਰੀਬ ਮਨੁੱਖਾਂ ਨੂੰ ਗਲ ਨਾਲ ਲਾਉਂਦੇ ਨੇ, ਉਹਨੂੰ ਮਾਣ ਦਿੰਦੇ ਨੇ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਾਹਮਣੇ ਕੋਈ ਰਾਜਾ ਮਹਾਰਾਜਾ ਵੀ ਹੋਵੇ, ਸਤਿਗੁਰੂ ਜਿਹੜੀ ਗੱਲ ਕਹਿਣੀ ਉਹਦੇ ਮੂੰਹ ਤੇ ਕਹਿ ਦਿੰਦੇ ਨੇ। ਜੇ ਬਾਬਰ ਸੀ, ਸਤਿਗੁਰੂ ਨੇ ਬਾਬਰ ਨੂੰ ਜਾਵਰ ਕਿਹਾ, ਉਹਨੂੰ ਕਿਹਾ, ਤੂੰ ਪਾਪ ਕੀ ਜੰਝ ਲੈ, ਕਾਬਲੋਂ ਧਾਇਆ ਜੋਰੀ ਮੰਗੈ ਦਾਨਵੇ ਲਾਲੋ। ਤੂੰ ਕਹਿੰਦਾ ਮੈਂ ਫੌਜ ਲੈ ਕੇ ਆਇਆ, ਤੂੰ ਤਾਂ ਪਾਪ ਦੀ ਜੰਝ ਲੈ ਕੇ ਆਇਆ ਹੈ, ਤੂੰ ਜ਼ੁਲਮ ਕਰਨ ਵਾਸਤੇ ਆਇਆ, ਤੂੰ ਜਾਵਰ ਹੈ।
ਉਹਦੇ ਮੂੰਹ ਤੇ ਕਿਹਾ ਗੁਰੂ ਸਾਹਿਬ ਨੇ। ਹੁਣ ਇਹ ਰਾਜਾ ਜਿਹੜਾ ਹੈ, ਰਾਜਾ ਇਹ ਬੜੇ ਪਾਪ ਕਮਾਉਂਦਾ ਹੈ, ਵਿਚਾਰੀ ਹੈ, ਧੀਆਂ ਭੈਣਾਂ ਦੀ ਬੇਪਤੀ ਕਰਨ ਵਾਲਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਇਹਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੇਰੀ ਵੀ ਭੇਟਾ ਪ੍ਰਵਾਨ ਕਰ ਲਓ ਤਾਂ ਜੋ ਮੇਰਾ ਭਲਾ ਹੋ ਜਾਏ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੇ ਭਲਾ ਚਾਹੁੰਦਾ ਹੈ ਪਿਆਰਿਆ, ਜੇ ਸੱਚਮੁੱਚ ਭਲਾ ਚਾਹੁੰਦਾ ਹੈ ਤਾਂ ਸਾਡੇ ਬਚਨ ਧਿਆਨ ਨਾਲ ਸੁਣ। ਤਾਜ ਵੀ ਵਿਚਾਰ ਜੋ ਪਾਪ ਕਮਾਵਤ, ਤੇਰਾ ਭਲਾ ਤਾਂ ਹੋਣਾ ਹੈ। ਪਹਿਲਾਂ ਬੇਵਿਚਾਰ ਤਿਆਗ, ਜਿਹੜੇ ਪਾਪ ਤੂੰ ਕਰਦਾ ਹੈ ਨਾ, ਪਰਾਏ ਤਨਾਂ ਦੇ ਰਸ ਵਿੱਚ ਗਰਸਿਆ ਪਿਆ ਹੈ, ਹਰ ਵੇਲੇ ਤੇਰੇ ਅੰਦਰ ਕਾਮ ਵਾਸਨਾਵਾਂ ਚੱਲਦੀਆਂ ਨੇ। ਜਿੰਨਾ ਚਿਰ ਇਹਨਾਂ ਭੈੜੀਆਂ ਵਿਰਤੀਆਂ ਦਾ ਤਿਆਗ ਨਹੀਂ ਕਰਦਾ, ਬੇਵਿਚਾਰ ਨਹੀਂ ਤਿਆਗਦਾ, ਉਨਾ ਚਿਰ ਨਹੀਂ ਤੇਰਾ ਭਲਾ ਹੋਣਾ। ਜੇ ਭਲਾ ਚਾਹੁੰਦਾ ਹੈ ਤੈਨੂੰ ਇਹ ਪਾਪ ਤਿਆਗਣਾ ਪਏਗਾ, ਬੇਵਿਚਾਰ ਤਿਆਗਣਾ ਪਵੇਗਾ। ਜੇ ਤੂੰ ਤਜੇ ਮਾਨ ਬਚ ਹਮਰਾ, ਸਰਬ ਪ੍ਰਕਾਰ ਭਲਾ ਹੈ ਤੁਮਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਰਾਜਨ, ਜੇ ਤੂੰ ਸਾਡਾ ਬਚਨ ਮੰਨ ਕੇ ਇਹ ਪਾਪ ਕਰਨੇ ਤਿਆਗ ਦਵੇਂ, ਜਿਹੜੇ ਪਾਪ ਤੂੰ ਕਰਦਾ ਹੈ, ਬੇਵਿਚਾਰ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਇਹ ਭੈੜੇ ਕਰਮ ਤਿਆਗ ਦੇਵੇਂ, ਤੇਰਾ ਫਿਰ ਭਲਾ ਹੋਏਗਾ, ਫਿਰ ਸੱਚਮੁੱਚ ਤੂੰ ਮੁਕਤ ਹੋ ਜਾਵੇਂਗਾ। ਅਪਰ ਪਦਾਰਥ ਕੀ ਜੇ ਚਾਹੀ, ਸੋ ਦੇਵਾਏ ਦੀਏ ਪ੍ਰਭ ਪਾਹੀ। ਗੁਰੂ ਸਾਹਿਬ ਕਹਿੰਦੇ, ਜੇ ਸਾਡੇ ਬਚਨ ਮੰਨ ਕੇ ਆਹ ਮਾੜੇ ਕਰਮ ਕਰਨੇ ਤਿਆਗੇਗਾ ਤਾਂ ਭਾਈ ਜੇ ਕੋਈ ਹੋਰ ਪਦਾਰਥ ਵੀ ਮੰਗੇਗਾ ਸਾਡੇ ਕੋਲੋਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ ਅਸੀਂ ਤੈਨੂੰ ਉਹ ਪਦਾਰਥ ਵੀ ਦਿਵਾ ਦੇਵਾਂਗੇ, ਉਹ ਮੰਗ ਵੀ ਤੇਰੀ ਪੂਰੀ ਕਰ ਦੇਵਾਂਗੇ। ਪਰ ਸ਼ਰਤ ਇਹ ਹੈ, ਜਿਹੜੇ ਮਾੜੇ ਕਰਮਾਂ ਵਿੱਚ ਗਰਸਿਆ ਹੋਇਆ ਉਹ ਮਾੜੇ ਕਰਮ ਤੈਨੂੰ ਤਿਆਗਣੇ ਪੈਣਗੇ। ਪਰਾਏ ਤਨਾਂ ਦਾ ਰਸ ਤੈਨੂੰ ਤਿਆਗਣਾ ਪਵੇਗਾ। ਸੁਣ ਕਰ ਭੂਪਤ ਸਰਦ ਵਡਾਏ, ਸਿੱਖ ਹੋਣ ਕੀ ਗਿਰਾ ਅਲਾਈ। ਰਾਜੇ ਦੇ ਮਨ ਵਿੱਚ ਸਰਦਾ ਵਧੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਨੇ ਬੇਨਤੀ ਕੀਤੀ, ਮਨ ਚੰਚਲ ਵਿਸਿਆਨ ਲਪਟਾਵਾ, ਤ੍ਰਿਆ ਰਸ ਤੇ ਕਵਨੈ ਤ੍ਰਿਪਤਾਵਾ। ਇਹਨੇ ਸੱਚ ਬਿਆਨ ਕਰ ਦਿੱਤਾ ਗੁਰੂ ਸਾਹਿਬ ਦੇ ਸਾਹਮਣੇ। ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਦਾ ਬਚਨ ਮੰਨਣ ਵਾਸਤੇ ਤਿਆਰ ਹਾਂ, ਭੈੜੇ ਕਰਮ ਤਿਆਗਣ ਵਾਸਤੇ ਤਿਆਰ ਹਾਂ, ਪਰ ਜੇ ਸੱਚ ਪੁੱਛੋ ਤਾਂ ਇਹ ਮੇਰਾ ਜਿਹੜਾ ਮਨ ਹੈ ਇਹ ਇੰਨਾ ਕੁ ਕਾਮੀ ਹੋ ਚੁੱਕਾ ਹੈ, ਇਸ ਬੇਵਿਚਾਰ ਦੇ ਰਸ ਨੂੰ ਇਹ ਤਿਆਗਣਾ ਨਹੀਂ ਚਾਹੁੰਦਾ। ਕਾਮਕ ਵਿਰਸੀਆਂ ਨੇ ਇਹਨੂੰ ਘੇਰ ਲਿਆ ਹੈ, ਹਰ ਵੇਲੇ ਕਾਮਕ ਵਿਰਤੀਆਂ ਮੇਰੇ ਤੇ ਹਾਵੀ ਰਹਿੰਦੀਆਂ ਨੇ ਤੇ ਮੇਰਾ ਮਨ ਹਰ ਵੇਲੇ ਵਿਕਾਰਾਂ ਵਾਲੇ ਪਾਸੇ ਲੱਗਿਆ ਰਹਿੰਦਾ ਹੈ। ਨਿਤ ਪ੍ਰਤ ਲਾਲਸ ਵਧੈ ਵਧੇਰੇ, ਜਿਉ ਈਂਧਨ ਤੇ ਅਗਨ ਕਨੇਰੀ। ਕਹਿਣ ਲੱਗਾ, ਮਹਾਂਪੁਰਖੋ ਮੇਰੇ ਹਾਲਾਤ ਇਸ ਤਰ੍ਹਾਂ ਦੇ ਨੇ, ਇਹ ਲਾਲਸਾ ਜਿਹੜੀ ਹੈ ਰੋਜ਼ ਵਧੀ ਜਾਂਦੀ ਹੈ, ਮੇਰਾ ਮਨ ਮੇਰੇ ਵੱਸ ਵਿੱਚ ਨਹੀਂ ਹੈ। ਜਿਵੇਂ ਲੱਕੜਾਂ ਦੀ ਅੱਗ ਤੇ ਲੱਕੜਾਂ ਹੋਰ ਪਾਈ ਜਾਈਏ ਅਗਨੀ ਵੱਧਦੀ ਹੈ, ਉਸੇ ਤਰ੍ਹਾਂ ਮੇਰੇ ਅੰਦਰ ਕਾਮਕ ਵਿਚਾਰਾਂ ਦੀ ਪ੍ਰਵਿਰਤੀ ਜਿਹੜੀ ਹੈ ਇਹਨੇ ਮੈਨੂੰ ਆਪਣੇ ਕਾਬੂ ਵਿੱਚ ਕਰ ਰੱਖਿਆ ਹੈ। ਨਿਜ ਉਪਦੇਸ਼ ਸੁਣਾਏ ਵਿਸਾਲਾ, ਮਮ ਮਨ ਮੋਰੋ ਗੁਰੂ ਕਿਰਪਾਲਾ। ਸਤਿਗੁਰੂ ਜੀ ਨੂੰ ਕਹਿਣ ਲੱਗਾ, ਹੇ ਮਹਾਰਾਜ ਕਿਰਪਾ ਕਰੋ, ਮੈਨੂੰ ਮੱਤ ਦਿਓ, ਮੈਨੂੰ ਸਮਝਾਓ, ਮੇਰਾ ਮਨ ਇਹਨਾਂ ਭੈੜੇ ਕਰਮਾਂ ਵਿੱਚੋਂ ਨਿਕਲ ਸਕੇ। ਮੇਰਾ ਮਨ ਉਸ ਪਾਸਿਓਂ ਮੁੜਦਾ ਨਹੀਂ, ਰਹਿਮਤ ਕਰੋ, ਮੇਰੇ ਮਨ ਨੂੰ ਬੁਰੇ ਪਾਸਿਓਂ ਮੋੜ ਨਾ ਕਰੋ। ਸੁਣ ਕੈ ਦੀਨ ਬੰਧ ਅਸ ਬਚਨਾ, ਬੋਲੇ ਤ੍ਰਿਐ ਵਿਰਾਗ ਕੀ ਰਚਨਾ। ਰਾਜੇ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਬੜੇ ਪ੍ਰੇਮ ਨਾਲ ਬਚਨ ਕਹੇ, ਭੋ ਨਿਰਪ ਤ੍ਰਿਐ ਮੈਂ ਕੋ ਵਤ ਨੀਕੀ, ਜਿਸ ਅਵਲੋਕ ਪ੍ਰੀਤ ਹੈ ਜੀ ਕੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਿਆਰਿਆ
ਤੇਰੇ ਮਨ ਵਿੱਚ ਜਿਹੜੀਆਂ ਭੈੜੀਆਂ ਪ੍ਰਵਿਰਤੀਆਂ ਚੱਲਦੀਆਂ ਹਨ, ਜਿਹੜਾ ਵਿਵਚਾਰ ਦਾ ਤੇਰਾ ਜੀਵਨ ਬਣਿਆ ਹੈ, ਤੂੰ ਆਪਣੇ ਮਨ ਵਿੱਚ ਇਸ ਗੱਲ ਨੂੰ ਵਿਚਾਰ ਕੇ ਵੇਖਣਾ ਕਰ, ਜਿਹੜੇ ਰਸਾਂ ਵਿੱਚ ਅੱਜ ਗਰਸਿਆ ਹੋਇਆ ਇਹ ਸਦੀਵੀ ਨਹੀਂ ਰਹਿਣੇ। ਜਿਨ੍ਹਾਂ ਨੂੰ ਅੱਜ ਤੋਂ ਬਹੁਤ ਸੁੰਦਰ ਕਰਕੇ ਜਾਣਨਾ ਹੈ। ਇਹ ਸੁੰਦਰਤਾ, ਇਹ ਬਾਹਰਲੇ ਦਿਖਾਵੇ ਦੀ ਸੁੰਦਰਤਾ, ਇਹ ਰੂਪ ਰੰਗ, ਇਹ ਕਿੰਨਾ ਕੁ ਚਿਰ ਰਹੇਗਾ ਜ਼ਿੰਦਗੀ ਵਿੱਚ? ਇਹ ਥੋੜ ਚਿਰਾ ਹੈ। ਜੋ ਕੁਝ ਵਿਖ ਰਿਹਾ ਹੈ, ਬੰਦਾ ਕਹਿੰਦਾ ਜੀ ਇਹ ਚੀਜ਼ਾਂ ਬੜੀਆਂ ਸੁੰਦਰ ਹਨ। ਤੇ ਗੁਰੂ ਸਾਹਿਬ ਕਹਿੰਦੇ ਜੇ ਲੋਚੇ ਮੈਂ ਕਮਲ ਸਮਾਨਾ, ਗੀੜ ਬਹਿਤ ਵੈ ਪਿਖਤ ਗਿਲਾਨਾ। ਗੁਰੂ ਸਾਹਿਬ ਕਹਿੰਦੇ ਜਿਹੜੇ ਰੂਪ ਅੱਜ ਬੜੇ ਸੁੰਦਰ ਦਿਖਦੇ ਹਨ, ਤੇ ਇੱਕ ਦਿਨ ਆਉਂਦਾ ਹੈ ਉਹਨਾਂ ਚਿਹਰਿਆਂ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ ਬੰਦੇ ਦਾ, ਕਿਉਂਕਿ ਬਾਹਰਲੀ ਸੁੰਦਰਤਾ ਹੀ ਹੈ, ਸੁੰਦਰਤਾ ਦੇ ਪਿੱਛੇ ਬੰਦਾ ਮੋਹਿਆ ਹੋਇਆ ਹੈ। ਤੇ ਗੁਰੂ ਸਾਹਿਬ ਨੇ ਕਿਹਾ ਜੇ ਸੁੰਦਰਤਾ ਦੇ ਪਿੱਛੇ ਤੂੰ ਪਾਪ ਕਰਦਾ ਹੈ, ਬਾਹਰਲੇ ਰੂਪ ਰੰਗ ਨੂੰ ਵੇਖ ਕੇ ਤੇਰੇ ਮਨ ਵਿੱਚ ਵਿਕਾਰ ਆਉਂਦੇ ਨੇ, ਇਹ ਸਦਾ ਨਹੀਂ ਰਹਿਣੇ। ਇੱਕ ਦਿਨ ਐਸੇ ਹੋ ਜਾਣਗੇ ਤੇਰੇ ਜੀਵਨ ਵਿੱਚ ਨਿਰਾਸ਼ਾ ਆ ਜਾਏਗੀ। ਗੁਰੂ ਕੀ ਬਾਣੀ ਦੇ ਵੀ ਆਪਾਂ ਬਚਨ ਪੜ੍ਹਦੇ ਆ ਨਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਬੰਦਾ ਸੋਹਣੇ ਰੂਪਾਂ ਦੇ ਵੱਲ ਮੋਹਿਤ ਹੁੰਦਾ ਹੈ, ਪਰ ਸਾਹਿਬ ਨੇ ਕਿਹਾ ਆਪਣਾ ਸੁੰਦਰ ਰੂਪ ਤੇ ਦੂਸਰੇ ਦਾ ਸੁੰਦਰ ਰੂਪ ਜਿਹੜਾ ਹੈ ਇਹ ਸਦਾ ਰਹਿਣ ਵਾਲਾ ਥੋੜੀ ਹੈ, ਬਿਨਸ ਜਾਂਦਾ ਹੈ। ਪਰ ਸੁੰਦਰ ਰੂਪਾਂ ਦੇ ਪਿੱਛੇ ਬੰਦਾ ਪਾਪ ਕਮਾਉਂਦਾ ਹੈ। ਜਦੋਂ ਸੁੰਦਰ ਰੂਪ ਗਵਾਚ ਜਾਂਦਾ ਹੈ ਤੇ ਬਾਅਦ ਵਿੱਚ ਪਛਤਾਵੇ ਤੋਂ ਸਿਵਾਏ, ਕਲੰਕਾਂ ਤੋਂ ਸਿਵਾਏ ਬੰਦੇ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ। ਹਜ਼ੂਰ ਨੇ ਕਿਹਾ ਬੰਦਾ ਅੱਖਾਂ ਵੇਖ ਕੇ ਕਹਿੰਦਾ ਜੀ ਵੇਖੋ ਬੜੀਆਂ ਸੁੰਦਰ ਅੱਖਾਂ ਹਨ। ਸਤਿਗੁਰੂ ਨੇ ਕਿਹਾ ਇਹ ਅੱਖਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਬੜਾ ਸੁੰਦਰ ਕਰਕੇ ਬੰਦਾ ਵੇਖਦਾ ਹੈ, ਸਤਿਗੁਰੂ ਕਹਿਣ ਲੱਗੇ ਪਿਆਰਿਆ ਜਿਸ ਵੇਲੇ ਇਹਨਾਂ ਅੱਖਾਂ ਤੇ ਗਿੱਡ ਆ ਜਾਂਦੀ ਹੈ ਤੇ ਇਹੀ ਅੱਖਾਂ ਫਿਰ ਬੰਦੇ ਨੂੰ ਬੁਰੀਆਂ ਵੀ ਲੱਗਦੀਆਂ ਨੇ। ਫੋਰ ਵੇ ਲੋਕੇ ਜੇ ਤਿਨ ਮਾਹੀ, ਮੇਜ ਨੀਰ ਬਿਨ ਔਰ ਸੋ ਨਾਹੀ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਸਰੀਰਾਂ ਦੇ ਪਿੱਛੇ ਦੌੜਦਾ ਹੈ, ਇਹ ਸਰੀਰ ਹੈ ਕੀ ਹੈ? ਹੱਡ ਮਾਸ ਦਾ ਪੁਤਲਾ ਹੀ ਹੈ। ਜੇ ਬੰਦਾ ਵੇਖੇ ਹੈ ਤਾਂ ਹੱਡ ਮਾਸ ਦਾ ਪੁਤਲਾ ਹੀ ਹੈ ਬੰਦਾ। ਬਸ ਉੱਪਰੋਂ ਵਾਹਿਗੁਰੂ ਪ੍ਰਮਾਤਮਾ ਨੇ ਇਹਦੀ ਸ਼ਕਲ ਸੁੰਦਰ ਬਣਾ ਦਿੱਤੀ, ਦੇਖਣ ਨੂੰ ਸੁੰਦਰ ਬਣਾ ਦਿੱਤਾ, ਅੰਦਰ ਹੈ ਸਾਰਿਆਂ ਦੇ ਰਕਤ ਮੇਜੀ ਹੈ, ਹੱਡ ਮਾਸ ਹੀ ਨੇ ਸਾਰਿਆਂ ਦੇ ਅੰਦਰ। ਅਪਰੇ ਅੰਗ ਤਿਨ ਰੀਤ ਸੁਣੀਜੈ, ਚੰਦ ਸਰਸ ਕੋ ਬਦਨ ਕਹੀਜੈ। ਹਜ਼ੂਰ ਨੇ ਕਿਹਾ ਤਾਂ ਪ੍ਰਮਾਤਮਾ ਨੇ ਖੇਡ ਬਣਾ ਦਿੱਤੀ। ਇਹ ਜੇ ਬੰਦਾ ਇਸ ਤਨ ਨੂੰ ਇਸ ਚਮੜੀ ਤੋਂ ਬਗੈਰ ਦੇਖ ਲਵੇ ਤੇ ਬੰਦਾ ਕਹਿੰਦਾ ਜੀ ਇਹ ਡਰ ਲੱਗਦਾ ਇਸ ਸਰੀਰ ਕੋਲੋਂ। ਜਿਸ ਵੇਲੇ ਕਿਸੇ ਅਸੀਂ ਵੇਖ ਲਈਏ ਇਸ ਤਰ੍ਹਾਂ ਦਾ ਮਨੁੱਖ ਜਿਹਦੀ ਤੋਂ ਚਮੜੀ ਉਤਾਰ ਦਿੱਤੀ ਗਈ ਹੋਵੇ, ਉਹ ਬਹੁਤ ਡਰਾਵਣਾ ਦਿਖਦਾ ਹੈ, ਕਿਉਂਕਿ ਇਸ ਚਮੜੀ ਦੇ ਹੇਠਾਂ ਨਾੜਾਂ ਹਨ, ਖੂਨ ਵਗਦਾ ਹੈ, ਚਰਬੀ ਹੈ, ਮਿੱਝ ਹੈ। ਇਹ ਸਾਰੇ ਕਾਸੇ ਨੂੰ ਵਾਹਿਗੁਰੂ ਨੇ ਉੱਪਰੋਂ ਬਿਲਕੁਲ ਸਵਾਰ ਕੇ ਉਹਨੇ ਸੁੰਦਰ ਰੂਪ ਦੇ ਦਿੱਤਾ ਹੈ। ਤੇ ਗੁਰੂ ਸਾਹਿਬ ਕਹਿੰਦੇ ਬੰਦਾ ਇਸ ਭੁਲੇਖੇ ਦਾ ਸ਼ਿਕਾਰ ਹੋਇਆ ਜੀ ਬੜਾ ਸੁੰਦਰ ਹੈ, ਪਰ ਸਤਿਗੁਰੂ ਕਹਿੰਦੇ ਪਿਆਰਿਆ ਇਹ ਤਾਂ ਉਸ ਕਾਰੀਗਰ ਦੀ, ਉਸ ਵਾਹਿਗੁਰੂ ਦੀ ਖੇਡ ਹੈ, ਉਹਨੇ ਇਸ ਜੀਵਨ ਨੂੰ ਸੁੰਦਰ ਬਣਾਇਆ, ਪਰ ਹੈ ਇਹ ਸਾਰਾ ਕੁਝ ਢਕਿਆ ਹੋਇਆ, ਇਹ ਪਰਦਾ ਹੀ ਪਾਇਆ ਹੈ, ਅੰਦਰ ਸਾਰਿਆਂ ਦੇ ਹੱਡ ਮਾਸ ਤੋਂ ਸਿਵਾਏ ਹੈ ਕੁਝ ਨਹੀਂ। ਇਨ ਵਸਤਰ ਬਿਨ ਹੋਏ ਨਾ ਅੰਨਾ, ਜਿਨ ਕੇ ਬਿਲੋਕੇ ਜਾਏ ਗਿਲਾਨਾ। ਜਦੋਂ ਬੰਦਾ ਆਪਣੇ ਤਨ ਨੂੰ ਹੀ ਅੰਦਰੋਂ ਵੇਖ ਲੈਂਦਾ ਹੈ ਤੇ ਬੰਦਾ ਕਹਿੰਦਾ ਜੀ ਗਿਲਾਨੀ ਆਉਂਦੀ ਹੈ। ਆਪਣੇ ਹੀ ਖੂਨ ਵੇਖ ਕੇ, ਜਿਹੜਾ ਖੂਨ ਸਰੀਰ 'ਚ ਚੱਲ ਰਿਹਾ ਹੈ, ਬੰਦੇ ਨੂੰ ਉਲਟੀ ਆਉਂਦੀ ਹੈ, ਬੰਦੇ ਦਾ ਜੀ ਮਚਲਾਉਂਦਾ ਹੈ। ਪਰ ਜਿਸ ਵੇਲੇ ਵਾਹਿਗੁਰੂ ਦੀ ਬਾਹਰਲੀ ਰੂਪ ਰੰਗ ਨੂੰ ਵੇਖਦਾ ਹੈ ਤੇ ਬੰਦਾ ਮਾੜੇ ਕਰਮਾਂ ਵਾਲੇ ਪਾਸੇ ਤੁਰ ਪੈਂਦਾ ਹੈ। ਮੁਖ ਤੇ ਟੂਟ ਜਾਹੇ ਜੇ ਸੋ, ਚਾਹਤ ਹਾਥ ਨਾ ਛਾਇਓ ਕੋ। ਬੰਦਾ ਸਿਫਤਾਂ ਕਰਦਾ, ਕਹਿੰਦਾ ਜੀ ਵੇਖੋ ਦੰਦ ਬੜੇ ਸੁੰਦਰ ਆ। ਗੁਰੂ ਸਾਹਿਬ ਕਹਿੰਦੇ ਇਹੀ ਚਿਹਰਾ ਹੁੰਦਾ ਹੈ ਜਿਹਨੂੰ ਕਿਹਾ ਜਾਂਦਾ ਜੀ ਬੜੇ ਸੁੰਦਰ ਦੰਦ ਹਨ। ਜਦੋਂ ਇਹ ਦੰਦ ਟੁੱਟ ਜਾਂਦੇ ਆ ਤੇ ਉਸ ਵੇਲੇ ਬੰਦੇ ਦੇ ਚਿਹਰੇ ਨੂੰ ਦੇਖਣਾ ਕੋਈ ਪਸੰਦ ਨਹੀਂ ਕਰਦਾ।
ਫਿਰ ਬੰਦੇ ਦਾ ਚਿਹਰਾ ਜਿਵੇਂ ਜਿਵੇਂ ਦੰਦ ਟੁੱਟਦੇ ਹਨ, ਫਿਰ ਬੰਦੇ ਦੇ ਬੋਲਣ ਵਿੱਚ ਵੀ ਦਿੱਕਤ ਆਉਂਦੀ ਹੈ। ਬੰਦੇ ਦਾ ਚਿਹਰਾ ਵੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਉਹ ਉਸ ਤਰ੍ਹਾਂ ਦਾ ਰੂਪ ਰੰਗ ਰਹਿੰਦਾ ਨਹੀਂ ਜਿਹੜਾ ਬੰਦੇ ਦੇ ਪਹਿਲਾਂ ਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਇਹ ਖੇਡ ਹੈ, ਥੋੜ ਚਿਰੀ ਖੇਡ ਹੈ। ਇਹ ਭਲੇ ਮਨੁੱਖ, ਇਹ ਰਾਜਨ, ਥੋੜ ਚਿਰੀ ਖੇਡ ਨੂੰ ਦੇਖ ਕੇ ਕਿਉਂ ਮਾੜੇ ਕਰਮਾਂ ਵਿੱਚ ਪਿਆ ਹੋਇਆ ਹੈ? ਇਹ ਸਾਰਾ ਕੁਝ ਸਦਾ ਰਹਿਣ ਵਾਲਾ ਨਹੀਂ, ਜਿਹਦੇ ਪਿੱਛੇ ਤੂੰ ਮਾਲਕ ਨੂੰ ਭੁਲਾਈ ਬੈਠਾ ਹੈ। ਇਸੇ ਪ੍ਰਕਾਰ ਦੇ ਲਖ ਸਾਰੀ, ਹਾੜ ਮਾਸ ਹੈ ਰਖਤ ਮਝਾਰੀ। ਸਾਰੀ ਦੇਹ ਦੇ ਵਿੱਚ ਹੱਡ ਮਾਸ ਭਰਿਆ ਹੋਇਆ ਹੈ। ਬਿਸ਼ਟਾ ਮੂਤਰ ਜੁਗਤ ਦੁਰਗੰਧੇ, ਤੇ ਕੋ ਪੇਖ ਲੁਭਾਏ ਮਤ ਅੰਧੇ। ਮਲ ਮੂਤਰ ਦੇ ਨਾਲ ਇਹ ਦੇਹ ਭਰੀ ਪਈ ਹੈ, ਦੁਰਗੰਧੀਆਂ ਨਾਲ ਭਰੀ ਹੋਈ ਹੈ। ਤੇ ਸਤਿਗੁਰੂ ਕਹਿੰਦੇ ਪਿਆਰਿਆ, ਇਸ ਚੀਜ਼ ਦੇ ਪਿੱਛੇ ਬੰਦਿਆ ਤੂੰ ਪ੍ਰਮਾਤਮਾ ਦਾ ਪਿਆਰਾ ਨਾਮ ਕਿਉਂ ਵਿਸਾਰ ਰੱਖਿਆ? ਦੇਹ ਦੇ ਪ੍ਰੇਮ ਵਿੱਚ ਪੈ ਗਿਆ, ਸਰੀਰ ਦੇ ਪ੍ਰੇਮ ਵਿੱਚ ਪੈ ਗਿਆ, ਤੇ ਪ੍ਰਮਾਤਮਾ ਦਾ ਨਾਮ ਜਿਹੜਾ ਜੀਵਨ ਨੂੰ ਸੁੱਖ ਦੇਣ ਵਾਲਾ ਹੈ, ਉਹਨੂੰ ਆਪਣੇ ਜੀਵਨ ਵਿੱਚੋਂ ਵਿਸਾਰ ਦਿੱਤਾ ਹੈ। ਹੇ ਨ੍ਰਿਪ ਇਸ ਪ੍ਰਕਾਰ ਉਰ ਧਾਰੋ, ਬਸਤ ਕੌਣ ਸੀ ਭਲੀ ਵਿਚਾਰੋ। ਸਤਿਗੁਰੂ ਕਹਿੰਦੇ ਇੱਕ ਪਾਸੇ ਇਹ ਜੀਵਨ ਦੇ ਵਿੱਚ ਰਸ ਹੈ ਵਿਚਾਰ ਦਾ, ਦੂਜੇ ਪਾਸੇ ਮਾਲਕ ਜੀ ਦੇ ਨਾਮ ਦਾ ਰਸ ਹੈ, ਬੰਦਗੀ ਦਾ ਰਸ ਹੈ। ਅੱਜ ਸਵੇਰ ਦੇ ਹੁਕਮਨਾਮੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਕਿਰਪਾ ਕੀਤੀ ਸੀ। ਸਾਹਿਬ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੀਨੀ। ਹੇ ਮੇਰੇ ਮਨ, ਕਿਹੋ ਜੀ ਭੈੜੀ ਮਤ ਲੈ ਲਈ ਤੈ ਜ਼ਿੰਦਗੀ ਵਿੱਚ। ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਪਰਦਾਰਾ ਕਹਿੰਦੇ ਨੇ ਪਰਾਈ ਇਸਤਰੀ, ਪਰਦਾਰਾ ਪਰਾਈ ਇਸਤਰੀ, ਨਿੰਦਿਆ ਰਸ ਰਚਿਓ, ਪਰਾਈ ਇਸਤਰੀ ਦੇ ਨਿੰਦਿਆ ਦੇ ਰਸ ਵਿੱਚ ਆਪਣੇ ਜੀਵਨ ਨੂੰ ਲਾ ਲਿਆ। ਆਰਾਮ ਭਗਤ ਨੇ ਕੀਨੀ, ਮਾਲਕ ਜੀ ਦੀ ਬੰਦਗੀ ਕੀਤੀ ਉਹਨੇ। ਕਿਹੋ ਜੀ ਭੈੜੀ ਮੱਤ ਹੈ? ਕਿਉਂਕਿ ਚੰਗੀ ਮੱਤ ਗੁਰੂ ਨੇ ਦਿੱਤੀ ਹੈ। ਸਾਹਿਬ ਨੇ ਕਿਹਾ ਗ੍ਰਸਤੀ ਹੋ, ਪਰ ਆਪਣੇ ਜੀਵਨ ਸਾਥੀ ਦੇ ਨਾਲ ਆਪਣਾ ਪ੍ਰੇਮ ਵਧਾਉਣਾ ਕਰ, ਬੇਮੁਖ ਨਾ ਹੋ, ਭੈੜੇ ਕਰਮਾਂ ਵਿੱਚ ਵਿਚਾਰੀਆਂ ਵਾਲੇ ਜੀਵਨ ਵਿੱਚ ਨਾ ਫਸ। ਤੇ ਸਤਿਗੁਰੂ ਜੀ ਰਾਜੇ ਨੂੰ ਵੀ ਕਹਿੰਦੇ ਨੇ, ਹੇ ਰਾਜਨ, ਇਸ ਭੈੜੀ ਮਤ ਨੂੰ ਤਿਆਗ ਤੇ ਜਿਹੜੀ ਭਲੀ ਵਸਤੂ ਹੈ ਵਾਹਿਗੁਰੂ ਦੇ ਨਾਮ ਦੀ ਵਸਤੂ, ਉਹਦੇ ਨਾਲ ਪ੍ਰੇਮ ਪਾਉਣਾ ਕਰ। ਮਹਾ ਦੁਰਗੰਧ ਮੰਦਨੀ ਸੋ, ਇਹ ਨਾਰ ਕੀ ਪ੍ਰੀਤੈ ਜੋ। ਜਿਹੜੇ ਪਰਾਏ ਤਨ ਦਾ ਮੋਹ ਹੈ, ਗੁਰੂ ਸਾਹਿਬ ਜੀ ਕਹਿੰਦੇ ਇਹ ਬਹੁਤ ਮਾੜਾ ਹੈ, ਬਹੁਤ ਬੁਰਾ ਹੈ, ਕਿਉਂਕਿ ਇਹਦੇ ਨਾਲ ਜੀਵਨ ਵਿੱਚ ਲਾਲਸਾਵਾਂ ਵੱਧਦੀਆਂ ਜਾਂਦੀਆਂ ਨੇ, ਵਾਸਨਾਵਾਂ ਵੱਧਦੀਆਂ ਜਾਂਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਜੀਵਨ ਵਿੱਚ ਸੁੱਖ ਦੇ ਸਕਦਾ ਹੈ। ਇਸ ਤਰ੍ਹਾਂ ਰਾਜੇ ਦੇ ਨਾਲ ਬਚਨ ਵਿਲਾਸ ਹੋ ਰਹੇ ਨੇ, ਗੁਰੂ ਸਾਹਿਬ ਜੀ ਨੂੰ ਸਮਝਾ ਰਹੇ ਹਨ। ਆਓ ਅੱਗੇ ਕਿਵੇਂ ਸਮਝਾਉਂਦੇ ਨੇ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਵੀ ਮੱਤ ਦੇਣ, ਅਸੀਂ ਵੀ ਗੁਰੂ ਕੇ ਬਚਨਾਂ ਅਨੁਸਾਰ ਚੱਲ ਸਕੀਏ, ਵਿਵਚਾਰਾਂ ਤੋਂ, ਭੈੜੇ ਕਰਮਾਂ ਤੋਂ ਬਚ ਸਕੀਏ, ਤਾਂ ਜੋ ਗੁਰੂ ਸਾਹਿਬ ਦੀ ਅਪਾਰ ਰਹਿਮਤ ਸਾਡੇ ਤੇ ਹੋ ਸਕੇ ਜੀ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਤੱਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪਾਸ ਬੇਨੰਤੀਆਂ, ਮੇਰਾ ਨਾਮ ਆਧਾਰਾ।